ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। प्रोग्राम खास गलबात दे विच यूके यूरोप ते देश विदेश के दर्शकों का स्वागत है। सो अज दे इस प्रोग्राम दे विच गलबात करांगे अमृतसर विकास मंच दीयां प्राप्तियां दे बारे दे विच अमृतसर नूं लैके उन्होंने की कुछ कीता आ। सो समुची गलबात जिहड़ी करांगे असीं अमृतसर विकास मंच के सरप्रस्त प्रिंसीपल कुलवंत सिंह अणखी होरां दे नाल। सो उन्हां नाल पाउने फतेह दी सांझ ते प्रोग्राम की करदे हां शुरुआत। अणखी साहब वाहिगुरू जी का खालसा वाहिगुरू जी की फतेह। अणखी साहब सब तो पहलां तां वड्डी प्राप्ति जिहड़ी आ वो एक्सप्रैस वे जिहड़ा कि दिल्ली तो अमृतसर वास्ते ही मंजूर होया सीगा ते उहदे विच भी काफ़ी कुछ सन लाउण दी कोशिश जिहड़ी होई सीगी वो भी तुसीं समा रहिंदिआं सारा कुछ जिहड़ा आ वो बचा कर लिया। सो मैं चाहूँगा थोड़ी जी जानकारी उहदे बारे भी दे दिओ पहलां। ਗਿੱਲ ਸਾਹਿਬ ਇਹ ਜੋ ਦਿੱਲੀ जी ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸੀ ਨਾ जी ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਅੰਮ੍ਰਿਤਸਰ ਦੀ ਲਾਈਫ ਲਾਈਨ ਬਣਨੀ ਆ। जी ਇਹ ਜਿਸ ਵੀ ਇਲਾਕੇ ਚੋਂ ਲੰਘਣੀ ਆ ਉਸ ਇਲਾਕੇ ਦੀ ਲਾਈਫ ਲਾਈਨ ਬਣਨੀ ਆ। बिल्कुल ਜਿਹੜੀ ਇਹਦੀ ਪਹਿਲਾਂ ਅਲਾਈਨਮੈਂਟ ਪਾਸ ਹੋਈ ਸੀ जी ਉਸ ਵਿੱਚ ਅੰਮ੍ਰਿਤਸਰ ਪ੍ਰਮੁੱਖ ਸੀ, जी ਜਿਵੇਂ ਕਿ ਨਾਂ ਹੀ ਇਹਦਾ ਹੈਗਾ ਦਿੱਲੀ ਅੰਮ੍ਰਿਤਸਰ ਕਟੜਾ। बिल्कुल ਪਰੰਤੂ ਪੰਜਾਬ ਸਰਕਾਰ ਦੇ ਜਿਹੜੇ ਕੁਝ ਵਜ਼ੀਰ ਆ ਉਹਨਾਂ ਖਾਸ ਤੌਰ ਤੇ PWD ਮਿਨਿਸਟਰ ਜੀ, ਜੀ। ਜਿਹੜੀ ਪਹਿਲਾਂ ਬੀਬੀ ਰਜੀਆ ਸੁਲਤਾਨਾ ਸੀ जी ਤੇ ਬਾਅਦ ਵਿੱਚ ਸਾਡੇ ਸਿੰਗਲਾ ਸਾਹਿਬ ਬਣੇ, जी ਇਹਨਾਂ ਨੇ ਆਪਣੇ ਇਲਾਕੇ ਨੂੰ ਫਾਇਦਾ ਦਿਵਾਉਣ ਵਾਸਤੇ जी ਤੇ ਇਹ ਅੰਮ੍ਰਿਤਸਰ ਤੇ ਤਰਨਤਾਰਨ ਕੱਟ ਕੇ ਤੇ ਇਹਨਾਂ ਨੇ ਉਧਰੋਂ ਆਪਣਾ ਧੂਰੀ ਮਲੇਰਕੋਟਲਾ ਸੰਗਰੂਰ जी जी ਇਹ ਇਲਾਕੇ ਜਿਹੜੇ ਮਿਲਾਤੇ ਸੀ ਤੇ ਅੰਮ੍ਰਿਤਸਰ ਨੂੰ ਵਿੱਚੋਂ ਕੱਟ ਆਫ ਹੀ ਕਰ ਦਿੱਤਾ ਸੀ। जी ਤੇ ਇਹ ਇਹਨਾਂ ਨੇ ਸਿੱਧਾ ਹੀ ਉਧਰੋਂ ਲਿਆ ਕੇ ਮਲੇਰਕੋਟਲਾ ਧੂਰੀ ਲੁਧਿਆਣਾ ਜਿਹੜਾ ਆਪਣਾ ਹੈਗਾ ਵਾ ਮੁੱਲਾਂਪੁਰ ਜੀ। ਇੱਥੋਂ ਨਕੋਦਰ ਤੇ ਨਕੋਦਰ ਤੋਂ ਇਹ ਸਿੱਧਾ ਹੀ ਲੈ ਗਏ ਸੀ ਆਪਣੇ ਕਪੂਰਥਲੇ ਜ਼ਿਲ੍ਹੇ 'ਚ ਭੁਲੱਥ जी ਤੇ ਭੁਲੱਥ ਤੋਂ ਲੈ ਕੇ ਕਾਦੀਆਂ ਪਰਾਂ ਦਾ ਪਰਾਂ ਤੇ ਇਹ ਇਲਾਕਾ ਜਿਹੜਾ ਸੀ ਕੱਟ ਆਫ ਕਰ ਦਿੱਤਾ। बिल्कुल ਤੇ ਫਿਰ ਜਦੋਂ ਅੰਮ੍ਰਿਤਸਰ ਵਿਕਾਸ ਮੰਚ ਨੂੰ ਪਤਾ ਲੱਗਾ ਤੇ ਕੁਦਰਤੀ ਆ ਵੀ ਬੜੀ ਤਕਲੀਫ ਹੋਣੀ ਸੀ ਤੇ ਇਹ ਤਕਲੀਫ ਜਿਹੜੀ ਫਿਰ ਅਸੀਂ ਆਪਣੇ ਤੱਕ ਨਹੀਂ ਸੀਮਤ ਰੱਖੀ, ਜਿੰਨੇ ਇੱਥੋਂ ਦੇ ਪੋਲੀਟੀਸ਼ੀਅਨ ਆ ਸਾਰਿਆਂ ਨਾਲ ਸਾਂਝੀ ਕੀਤੀ, ਜਿਨ੍ਹਾਂ 'ਚ ਪ੍ਰਮੁੱਖ ਤੌਰ ਤੇ ਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ MP ਆ, ਸ਼੍ਰੀ ਸ਼ਵੇਤ ਮਲਕ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਆ, जी ਤਰਨ ਚੁੱਗ ਤੇ ਆਪਣਾ ਅਨਿਲ ਜੋਸ਼ੀ जी ਤੇ ਜੋ ਵੀ ਇਸ ਤੋਂ ਇਲਾਵਾ ਜਿਹੜੇ ਦਿੱਲੀ ਬੈਠੇ ਸਾਡੇ ਪੋਲੀਟੀਸ਼ੀਅਨ ਆ ਜੀ। ਜਿਨ੍ਹਾਂ 'ਚ ਸਰਦਾਰ ਤਰਲੋਚਨ ਸਿੰਘ, ਜੀ। ਸੁਖਦੇਵ ਸਿੰਘ ਢੀਂਡਸਾ, ਹਾਂਜੀ ਬੀਬੀ ਕਿਰਨਜੋਤ ਕੌਰ, जी जी ਮਤਲਬ ਅਸੀਂ ਫਿਰ ਕੋਈ ਛੱਡਿਆ ਨਹੀਂ जी ਜਿਨ੍ਹਾਂ ਤੱਕ ਗੱਲ ਨਹੀਂ ਕੀਤੀ। ਤੇ ਇਹ ਗੱਲ ਸਾਡੀ ਬੜੀ ਛੇਤੀ ਜਿਹੜੀ ਸੀ ਉਹ ਨਿਤਨ ਗਡਕਰੀ ਸਾਹਿਬ ਤੱਕ ਪਹੁੰਚੀ, जी ਕਿਉਂਕਿ ਉਹਨਾਂ ਦੀ ਇਹ ਨੋਟਿਸ ਤੋਂ ਬਗੈਰ ਹੀ ਸਾਰਾ ਕੰਮ ਹੋ ਗਿਆ ਸੀ। जी 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 ਇਹ ਜਿਹੜੀ ਹੇਰਾਫੇਰੀ ਹੋਈ ਸੀ ਨਾ, ਹਾਂਜੀ। ਇਹ ਜਿਹੜੀ ਅੰਮ੍ਰਿਤਸਰ ਨਾਲ ਧੱਕਾ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਨਾ ਮੋਦੀ ਸਾਹਿਬ ਨੂੰ ਪਤਾ ਸੀ ਨਾ ਗਡਕਰੀ ਸਾਹਿਬ ਨੂੰ ਪਤਾ ਸੀ। ਜੀ ਜਦੋਂ ਗਡਕਰੀ ਸਾਹਿਬ ਤੱਕ ਗੱਲ ਗਈ, ਜਿਹੜੇ ਕਿ ਕੇਂਦਰ ਦੇ ਇਹ ਮਿਨਿਸਟਰ ਆ ਰੋਡਸ ਦੇ, ਜੀ, ਜੀ। ਹਾਂਜੀ, ਤੇ ਉਹ ਆ ਬੜੇ ਹੈਰਾਨ ਹੋਏ ਵੀ ਇਹ ਕਿਸ ਤਰ੍ਹਾਂ ਹੋ ਗਿਆ। ਹਾਂਜੀ, ਫਿਰ ਉਹਨਾਂ ਨੇ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ ਆ ਜੀ ਸਰਦਾਰ ਸੁਖਬੀਰ ਸਿੰਘ ਸੰਧੂ, ਜੀ ਹਾਂਜੀ, ਤੇ ਹੋਰ ਜਿਹੜੇ ਅਫਸਰ ਸਾਹਿਬਾਨ ਹੈਗੇ ਆ ਉਹਨਾਂ ਦੇ ਨਾਲ ਮੁੜ ਕੇ ਉਹਨਾਂ ਨੇ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਹਦਾਇਤਾਂ ਦੇ ਕੇ ਤੇ ਮੁੜ ਕੇ ਫਿਰ ਜਿਹੜਾ ਸੀ ਅੰਮ੍ਰਿਤਸਰ ਵਾਸਤੇ ਸਪੈਸ਼ਲ ਜਿਹੜੀ ਆ ਉਹ ਉਹਨਾਂ ਨੇ ਇੱਕ ਲਾਈਨ ਕੱਢੀ ਆ ਨਕੋਦਰ ਤੋਂ ਸ਼੍ਰੀ ਗੋਂਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ, ਅੰਮ੍ਰਿਤਸਰ। ਤੇ ਫਿਰ ਜਿਸ ਤਰ੍ਹਾਂ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਵੀ ਇਹ ਜਿਹੜੀ ਅਸੀਂ ਤਾਂ ਮੰਗਦੇ ਹਾਂ ਵੀ ਚਲੋ ਅੰਮ੍ਰਿਤਸਰੋਂ ਲੰਘ ਜਾਵੇ, ਹੁਣ ਇਹ ਜਿਹੜੀ ਐਕਸਪ੍ਰੈਸ ਵੇ ਆ ਏਅਰਪੋਰਟ ਤੱਕ ਜਾਣੀ ਆ। जी जी ਪਲੱਸ ਹੋਰ ਐਡੀਸ਼ਨ ਚ ਹੋ ਗਈ ਆ ਵੀ ਇਹ ਜਿਹੜੇ ਇਹ ਅੰਮ੍ਰਿਤਸਰ ਦੀ ਰਿੰਗ ਰੋਡ ਵੀ ਇਸੇ ਪ੍ਰੋਜੈਕਟ 'ਚ ਬਣ ਜਾਣੀ ਆ। अच्छा जी ਜਿਹੜਾ ਮਾਨਾਵਾਲਾ ਨਾ ਇੱਥੋਂ ਮੁੜ ਕੇ ਇਹ ਜਿਹੜੀ ਨਵਾਂ ਬਾਈਪਾਸ ਬਣਨਾ ਵਾ, ਜੀ। ਇੱਥੋਂ ਮਾਨਾਵਾਲਾ ਇਹ ਕਿਲ੍ਹਾ ਜੀਵਨ ਸਿੰਘ, ਨਬੀਪੁਰ, ਆਪਣਾ ਵੇਰਕਾ, ਮੂਦਲ, ਇੱਥੋਂ ਹੁੰਦੀ ਇਹ ਹਰਸੇ ਸ਼ੀਨੇ ਜਾ ਮਿਲਣੀ ਆ, अच्छा जी ਜਿਹੜਾ ਕਿ ਏਅਰਪੋਰਟ ਦੇ ਲਾਗੇ ਹੀ ਆ ਵੈਸੇ। बिल्कुल ਇਸ बिल्कुल ਤੋਂ ਇਲਾਵਾ ਇਹ ਜਿਹੜੀ ਇਹ ਦੂਜਾ ਜਿਹੜਾ ਰਿੰਗ ਰੋਡ ਇਹਦੀ ਬਣਨੀ ਆ ਉਹ ਇਥੋਂ ਚੱਬਾ, ਹਾਂਜੀ, ਮੰਡਿਆਲਾ, जी ਭੋੜੂ ਤੇ ਇਸ ਤਰ੍ਹਾਂ ਭਗਨੇ ਥਾਣੀ ਹੋ ਗਏ, ਉਹ ਫਿਰ ਉੱਥੇ ਜਾ ਕੇ ਹਰਸੇ ਸ਼ੀਨੇ ਮਿਲਣੀ ਆ। ਇਹ ਅਣਖੀ ਸਾਹਿਬ ਬਣਨੀ ਕਦੋਂ ਤੱਕ ਹੈ? ਇਹਦਾ ਕੋਈ ਟਾਈਮ ਵੀ ਰੱਖਿਆ ਗਿਆ ਵਾ ਕਿ ਇਹ ਕਦੋਂ ਉਹਨਾਂ ਨੇ ਤੱਕ? 2023 ਤੱਕ ਰੱਖਿਆ ਵਾ। ਅੱਛਾ ਤੇ ਜੀ। ਤੁਹਾਨੂੰ ਅਸੀਂ ਦੱਸ ਦਈਏ ਵੀ ਇਸ ਸਾਰੀ ਇਹ ਜਿੱਥੇ ਸੜਕ ਬਣਨੀ ਆ ਉਸ ਥਾਂ ਦਾ ਸਰਵੇ ਹੋ ਗਿਆ, ਅੱਛਾ ਜੀ। ਉੱਥੇ ਬੁਰਜੀਆਂ ਲੱਗੀਆਂ ਵਾ, ਕਿਸਾਨਾਂ ਨੂੰ ਮਤਲਬ ਵੀ ਕੰਟੈਕਟ ਕਰ ਲਿਆ ਉਹਨਾਂ ਨੇ ਜੀ। ਵੀ ਤੁਹਾਡੀ ਜ਼ਮੀਨ ਚੋਂ ਨਿਕਲਣੀ ਆ, ਤੇ ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਵੈਸੇ। ਮਤਲਬ ਬੜੀ ਛੇਤੀ ਕੰਮ ਹੋ ਰਿਹਾ ਵਾ, ਮਤਲਬ ਇਸ ਵਿੱਚ ਕੋਈ ਢਿੱਲ ਨਹੀਂ ਹੈਗੀ, ਜੀ, ਕਿਉਂਕਿ ਕੇਂਦਰ ਸਰਕਾਰ ਦਾ ਕੰਮ ਆ, ਪੈਸੇ ਸਾਰੇ ਕੇਂਦਰ ਸਰਕਾਰ ਨੇ ਲਾਉਣੇ ਆ। ਤੇ ਨੰਬਰ 2 ਜਿਹੜੇ
ਚੇਅਰਮੈਨ ਸਾਹਿਬ ਆ ਨੈਸ਼ਨਲ ਹਾਈਵੇ ਅਥਾਰਟੀ ਦੇ, ਜੀ। ਉਹ ਕਿਉਂਕਿ ਬੇਸਿਕਲੀ ਆਪਾਂ ਸਮਝ ਕਹਿ ਸਕਦੇ ਆ ਵੀ ਅੰਮ੍ਰਿਤਸਰ ਦੇ ਨਾਲ ਜੀ। ਉਹਨਾਂ ਦਾ ਗੂੜਾ ਲਿੰਕ ਆ, ਉਹ ਬਾਬਾ ਬਕਾਲਾ ਸਾਹਿਬ ਦੇ ਆ, ਜੀ, ਜੀ। ਇਸ ਕਰਕੇ ਉਹ ਖੁਦ ਬੜਾ ਇੰਟਰਸਟ ਲੈ ਰਹੇ ਆ। ਜੀ। ਤੇ ਉਹਨਾਂ ਦੇ ਇੰਟਰਸਟ ਦੀ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਵੀ ਉਹਨਾਂ ਨੇ ਇੱਕ ਪ੍ਰੋਜੈਕਟ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਆ ਸਰਦਾਰ ਜਸਪਾਲ ਸਿੰਘ ਸੰਧੂ, ਜੀ। ਇਹਨਾਂ ਦੇ ਨਾਲ ਵੀ ਇੱਕ ਉਹਨਾਂ ਨੇ ਹੋਰ ਪ੍ਰੋਜੈਕਟ ਜਿਹੜਾ ਵਾ ਉਹ ਸਾਈਨ ਅਪ ਕੀਤਾ ਵਾ ਕਿ ਯੂਨੀਵਰਸਿਟੀ ਤੋਂ ਲੈ ਕੇ ਅਟਾਰੀ ਤੱਕ ਜਿਹੜੀ ਜੀਟੀ ਰੋਡ ਆ, ਜੀ, ਇਸ ਦੀ ਵੀ ਜਿਹੜੀ ਆ ਉਹ ਪੂਰੀ ਇਹ ਜਿਹਨੂੰ ਕਹਿ ਸਕਦੇ A1 ਜਿਹੜੀ ਕਲਾਸ ਆ, ਜੀ। ਇਸ ਕਿਸਮ ਦੀ ਸੜਕ ਬਣੂਗੀ। ਉੱਥੇ ਵੰਨ ਸਵੰਨੇ ਬੂਟੇ ਲੱਗਣਗੇ, ਉੱਥੋਂ ਦਾ ਇਹ ਜਿਹੜੀ ਉਹਦੀ ਹੈਗੀ ਆ ਜੀ, ਸ਼ਾਨੋ ਸ਼ੌਕਤ, ਜੀ, ਜੀ। ਹਾਂਜੀ, ਉਹ ਬਹੁਤ ਵਧੀਆ ਕਿਸਮ ਦੀ ਬਿਲਕੁਲ। ਇਹ ਮਤਲਬ ਵੀ ਬੈਸਟ ਕਲਾਸ ਜਿਹੜੀ ਸੜਕ ਉਹ ਬਣੂਗੀ। ਜੀ। ਤੇ ਉਸ ਦੀ ਜਿਹੜੀ ਲੈਂਡਸਕੇਪਿੰਗ ਵਗੈਰਾ ਹੈਗੀ ਆ, ਉੱਥੇ ਜਿਹੜੀ ਵੈਜੀਟੇਸ਼ਨ ਲੱਗਣੀ ਆ, ਉੱਥੇ ਜਿਹੜੀ ਫਲਾਵਰਿੰਗ ਪਲਾਂਟਸ ਲੱਗਣੇ ਆ, ਜੀ। ਉਹਨਾਂ ਨਾਲ ਵੀ ਇੱਕ ਅੰਮ੍ਰਿਤਸਰ ਨੂੰ ਇੱਕ ਹੋਰ ਸਮਝ ਲਓ ਇਹ ਤੋਹਫਾ ਮਿਲਿਆ ਵਾ। ਬਿਲਕੁਲ। ਸੋ ਬਿਲਕੁਲ ਅਣਖੀ ਸਾਹਿਬ, ਇਹ ਵਾਕਿਆ ਹੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਅੰਮ੍ਰਿਤਸਰ ਵਾਸਤੇ ਜਿਹੜਾ ਆ ਉਹ ਇੰਨਾ ਕੁਝ ਹੋ ਰਿਹਾ ਆ, ਕਿਉਂਕਿ ਇਹ ਸਿੱਖਾਂ ਦੇ ਮੱਕੇ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਆ। ਸਿੱਖ ਜਿਹੜੇ ਵਿਦੇਸ਼ਾਂ 'ਚ ਵੀ ਵਸਦੇ ਆ, ਉਹ ਚਾਹੇ ਪੰਜਾਬ ਆ ਕੇ ਕਿਸੇ ਹੋਰ ਸ਼ਹਿਰ ਜਾਣ ਜਾਂ ਨਾ ਜਾਣ, ਪਰ ਅੰਮ੍ਰਿਤਸਰ ਹਰੇਕ ਸਿੱਖ ਜਿਹੜਾ ਆ ਉਹ ਜ਼ਰੂਰ ਨਤਮਸਤਕ ਹੋਣ ਵਾਸਤੇ ਆਉਂਦਾ ਆ। ਇਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਅਣਖੀ ਸਾਹਿਬ, ਹਲਵਾਰਾ ਏਅਰਪੋਰਟ ਵੀ ਬੜੀ ਚਰਚਾ ਦੇ ਵਿੱਚ ਰਿਹਾ ਆ। ਕਹਿੰਦੇ ਜ਼ਮੀਨ ਅਕਵਾਇਰ ਹੋ ਗਈ ਆ ਜੀ, ਬਹੁਤ ਜਲਦੀ ਬਣ ਰਿਹਾ ਆ ਜੀ, ਪਰ ਇਸ ਚੀਜ਼ ਦੀ ਵੀ ਸੋਚ ਚਾਹੀਦੀ ਆ, ਚਾਹੇ ਉਹ ਸਟੇਟ ਗੌਰਮੈਂਟ ਆ, ਕਿ ਸਾਡੇ ਕੋਲ ਜਿਹੜੇ ਪਹਿਲੇ ਏਅਰਪੋਰਟ ਆ ਜਾਂ ਜਿਹੜਾ ਪੁਰਾਣਾ ਕੋਈ ਏਅਰਪੋਰਟ ਜਿਵੇਂ ਅੰਮ੍ਰਿਤਸਰ ਏਅਰਪੋਰਟ ਆ, ਪਹਿਲਾਂ ਉਹਨਾਂ ਨੂੰ ਵੀ ਚੱਜ ਨਾਲ ਚਲਾ ਲਈਏ। ਆਪਾਂ ਨਵੇਂ ਵੱਲ ਤੁਰ ਪਏ ਆ। ਕਿੰਨੇ ਕੁ ਏਅਰਪੋਰਟ ਬਣਾਉਣੇ ਬੱਸ ਸਟੈਂਡ ਦੇ ਨਾਲੋਂ ਜ਼ਿਆਦਾ, ਤੇ ਮੈਨੂੰ ਲੱਗਦਾ ਏਅਰਪੋਰਟ ਬਣਾ ਦੇਣ ਲੱਗੇ ਆ ਪੰਜਾਬ ਦੇ ਵਿੱਚ। ਗਿੱਲ ਸਾਹਿਬ, ਇਹਦੇ 'ਚ ਨਾ ਆਪਣੀ ਜਿਹੜੀ ਪੰਜਾਬ ਸਰਕਾਰ ਆ, ਇਹਦੇ ਦੋ ਮਕਸਦ ਆ। ਜੀ। ਇੱਕ ਮਕਸਦ ਤੇ ਹੈਗਾ ਵਾ ਪੋਲੀਟੀਕਲ, ਵੋਟਾਂ ਲੈਣ ਦਾ, ਤੇ ਦੂਸਰਾ ਜਦੋਂ ਕੋਈ ਪ੍ਰੋਜੈਕਟ ਹੁੰਦਾ ਵਾ ਨਾ, ਤੇ ਇਹਦੇ ਵੀ ਇਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਅਫਸਰ ਸਾਹਿਬਾਨ ਆ ਤੇ ਜਿਹੜੇ ਪੋਲੀਟੀਸ਼ੀਅਨ ਆ, ਉਹਨਾਂ ਨੂੰ ਬੜਾ ਕੁਝ ਹਾਸਲ ਹੁੰਦਾ। ਜੀ। ਇਹ ਦੋ ਚੀਜ਼ਾਂ ਮੁੱਖ ਰੱਖ ਕੇ ਇਹ ਮੁੱਖ ਮੰਤਰੀ ਨੇ ਇੱਕ ਨਵਾਂ ਸ਼ੋਸ਼ਾ ਛੇੜਿਆ ਸੀ ਕਿ ਹਲਵਾਰੇ ਜਿਹੜਾ ਵਾ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਬਣਨਾ। ਜੀ। ਹੁਣ ਵੇਖੋ ਪੰਜਾਬ ਹੈ ਕਿੱਡਾ ਗਿਆ। ਆ ਜਦੋਂ ਐਕਸਪ੍ਰੈਸ ਵੇ ਬਣ ਗਈ ਨਾ, ਤਿਆਰ ਹੋ ਗਈ, ਤੇ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇਹ 2 ਘੰਟੇ ਦਾ ਮਹਾਰਾਹ ਰਹਿ ਜਾਣਾ। ਜੀ, ਜੀ, ਜੀ। ਤੇ ਲੁਧਿਆਣਾ ਇੱਥੋਂ ਸਿਰਫ ਰਹਿ ਜਾਣਾ ਘੰਟੇ ਸਵਾ ਘੰਟੇ ਦਾ ਰਾਹ। ਜੀ। ਹਾਂਜੀ, ਕਿਉਂਕਿ ਲੁਧਿਆਣੇ ਲਾਗੋਂ ਵੀ ਇਹ ਹਲਵਾਰੇ ਹਵਾਈ ਅੱਡੇ ਜਿੱਥੇ ਪ੍ਰਪੋਜ਼ ਇਹਨਾਂ ਥਾਂ ਕੀਤੀ ਆ, ਉਸ ਥਾਂ ਦਾ ਵੀ ਇਹਨਾਂ ਨੇ ਐਕਸਪ੍ਰੈਸ ਵੇ ਦੇ ਨਾਲ ਜਿਹੜਾ ਨਾ ਉਸ ਨੂੰ ਜੋੜਿਆ ਵਾ। ਜੀ। ਹੁਣ ਵੇਖੋ ਵੀ ਇਹ ਇੱਕ ਘੰਟੇ ਦਾ ਰਾਹ ਹੋਵੇ, ਸੜਕੀ ਰਸਤਾ ਜਿਹੜਾ 1 ਘੰਟੇ ਦਾ ਹੋਵੇ, ਤੇ ਇਹਦੇ ਤੋਂ ਕੋਈ ਨਹੀਂ ਬਣਦੀ। ਪਹਿਲੇ ਹਵਾਈ ਅੱਡੇ ਜਿਹੜੇ ਬਣਾਏ ਜਾਣ ਵੀ ਪਹਿਲਾਂ ਵੇਖੋ ਪੰਜਾਬ 'ਚ 2 ਇੰਟਰਨੈਸ਼ਨਲ ਹਵਾਈ ਅੱਡੇ ਹੈਗੇ ਆ, ਕਿ ਮੋਹਾਲੀ ਤੇ ਦੂਸਰਾ ਹੈਗਾ ਅੰਮ੍ਰਿਤਸਰ। ਜੀ ਜੀ। ਇਹਨਾਂ ਦੋਵਾਂ ਅੱਡਿਆਂ ਦਾ ਜਿੰਨੀ ਇਹਨਾਂ ਦੀ ਕਪੈਸਿਟੀ ਆ ਜੀ, ਉਹਨਾਂ ਦੇ ਹਾਲੇ ਤੱਕ ਇੱਥੋਂ ਦਾ ਬਿਜ਼ਨਸ ਜਿਹੜਾ ਵਾ ਹੋਇਆ ਨਹੀਂ। ਬਿਲਕੁਲ ਜੀ, ਮਤਲਬ ਜਿੰਨੀਆਂ ਸਵਾਰੀਆਂ ਅੰਮ੍ਰਿਤਸਰ ਹਵਾਈ ਅੱਡਾ ਜਿਹੜਾ ਵਾ ਉਹ ਚੱਲ ਸਕਦਾ ਵਾ, ਜਾਂ ਚੰਡੀਗੜ੍ਹ ਦਾ ਹਵਾਈ ਅੱਡਾ ਚੱਲ ਸਕਦਾ ਵਾ, ਉਹਨੂੰ ਸਿਰਫ ਅੱਧਾ ਬਿਜ਼ਨਸ ਆ ਜੀ ਇਹਨਾਂ ਦੋਵਾਂ ਅੱਡਿਆਂ ਦਾ। ਜੇ ਤੇ ਇਹਨਾਂ ਦੋਵਾਂ ਅੱਡਿਆਂ ਦੀ ਬੜੀ ਓਵਰ ਕਰਾਊਡਿੰਗ ਆ ਜੀ, ਇੱਥੇ ਹਵਾਈ ਜਹਾਜ਼ ਨਹੀਂ ਮਿਲਦੇ, ਸਵਾਰੀਆਂ ਇੰਨੀਆਂ ਵਾ ਵੀ ਇੱਥੇ ਰਸ਼ ਪੈ ਗਿਆ ਜੀ, ਤੇ ਸਾਨੂੰ ਨਵੇਂ ਹਵਾਈ ਅੱਡੇ ਦੀ ਲੋੜ ਆ, ਤੇ ਫਿਰ ਤੇ ਗੱਲ ਸਮਝ ਚਾਹੁੰਦੀ ਆ। ਇਹ ਹਵਾਈ ਅੱਡੇ ਤੇ ਅੱਗੇ ਤੁਹਾਡੇ ਮਹਾਂ ਹੀ ਆਪਣੇ ਇਹ ਖਰਚੇ ਪੂਰੇ ਕਰਨ ਡਏ ਆ ਅੰਮ੍ਰਿਤਸਰ ਦਾ ਤੇ ਮੋਹਾਲੀ ਦਾ, ਤੇ ਤੁਸੀਂ ਹੋਰ ਨਵੇਂ ਇੰਟਰਨੈਸ਼ਨਲ ਹਵਾਈ ਅੱਡਿਆਂ ਬਾਰੇ ਸੋਚਣ ਡਏ ਜੇ। ਹੁਣ ਜਿਹੜੇ ਨਾ ਹਵਾਈ ਅੱਡੇ ਪੋਲੀਟੀਕਲ ਬੇਸ ਤੇ ਬਣਾਏ ਆ, ਬਠਿੰਡੇ ਦੀ ਐਗਜ਼ਾਮਪਲ ਲੈ ਲਓ ਜੀ, ਬਠਿੰਡੇ ਸਿਰਫ ਇੱਕ ਫਲਾਈਟ ਚੱਲਦੀ, ਉਹ ਵੀ ਡੋਮੈਸਟਿਕ ਜੀ, ਤੇ ਇਹ ਵੀ ਉਹਨਾਂ ਚਿਰ ਚੱਲਣੀ ਜਿੰਨਾ ਚਿਰ ਬੀਬੀ ਹਰਸਿਮਰਤ ਕੌਰ ਉੱਥੇ ਬਾਦਲ ਉੱਥੇ ਹੈਗੀ ਆ। ਜਿੱਦਣ ਹਰਸਿਮਰਤ ਸੱਜੇ ਖੱਬੇ ਹੋ ਗਈ, ਉਦੋਂ ਉਹ ਵੀ ਹਵਾਈ ਅੱਡਾ ਜਿਹੜਾ ਬੰਦ ਹੋ ਜਾਣਾ ਜੀ। ਜਿਹੜਾ ਪਠਾਨਕੋਟ ਵਾਲਾ ਨਾ, ਪਠਾਨਕੋਟ ਇਹ ਜਿਹੜੇ ਹਵਾਈ ਅੱਡੇ ਆ, ਇਹ ਕੋਈ ਬਿਜ਼ਨਸ ਥੋੜਾ ਕਰ ਰਹੇ ਆ ਜੀ ਜੀ ਜੀ। ਪਠਾਨਕੋਟ ਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਵੀ ਇਹ ਸਿਕਿਉਰਿਟੀ ਪੱਖੋਂ ਬੜੀ ਜ਼ਰੂਰਤ ਆ ਜੀ ਜੀ ਜੀ, ਹਾਂਜੀ। ਤੇ ਹਲਵਾਰੇ ਦੇ ਪਰਾਂ ਸਾਹਨੇਵਾਲਾ ਹਵਾਈ ਅੱਡਾ ਹੈਗਾ, ਉਹ ਫਿਰ ਜਦੋਂ ਇਹਨਾਂ ਨੇ ਪ੍ਰਪੋਜ਼ਲ ਪੰਜਾਬ ਸਰਕਾਰ ਨੇ ਬੜੀ ਧੂਮ-ਧਾਮ ਨਾਲ ਕੀਤੀ, ਜ਼ਮੀਨ ਅਕਵਾਇਰ ਦੇ ਨੋਟਿਸ ਕੱਢੇ, ਜ਼ਿਮੀਂਦਾਰਾਂ ਦੇ ਨਾਲ ਉਹਨਾਂ ਗੱਲਬਾਤ ਕੀਤੀ, ਫਿਰ ਅੰਮ੍ਰਿਤਸਰ ਵਿਕਾਸ ਮੰਚ ਨੇ ਬੜੀ ਡਿਟੇਲਡ ਚਿੱਠੀ ਜਿਹੜੀ ਹੈ ਇੱਕ ਪੂਰੇ ਫਿਗਰ ਐਂਡ ਫੈਕਟਸ ਲੈ ਕੇ ਵੀ ਅੰਮ੍ਰਿਤਸਰ ਹਵਾਈ ਅੱਡੇ ਦੀ ਕਿੰਨੀ ਕਪੈਸਿਟੀ ਆ, ਅੰਮ੍ਰਿਤਸਰ ਹਵਾਈ ਅੱਡੇ ਉਸ ਕਪੈਸਿਟੀ ਮੁਤਾਬਕ ਕਿੰਨੀਆਂ ਸਵਾਰੀਆਂ ਆ ਰਹੀਆਂ ਵਾ,
ਚੰਡੀਗੜ੍ਹ ਹਵਾਈ ਅੱਡੇ ਦੀ ਕੀ ਕਪੈਸਿਟੀ ਆ, ਜੀ। ਉੱਥੇ ਕਿੰਨਾ ਬਿਜ਼ਨਸ ਹੋ ਰਿਹਾ ਵਾ, ਹਾਂਜੀ। ਤੇ ਇਸ ਕਰਕੇ ਇਹ ਜ਼ਮੀਨ ਫਾਲਤੂ ਜ਼ਮੀਨ ਜਿਹੜੀ ਲੈ ਕੇ ਐਗਰੀਕਲਚਰ ਜ਼ਮੀਨ ਨੂੰ ਵੇਸਟ ਨਾ ਕੀਤਾ ਜਾਵੇ, ਤੇ ਜਿਹੜੇ ਲੋਕਾਂ ਦੇ ਫੰਡ ਤੋਂ ਟੈਕਸ ਇਕੱਠੇ ਹੁੰਦੇ ਆ ਉਹਨਾਂ ਟੈਕਸਾਂ ਨੂੰ ਮਿਸਯੂਜ਼ ਨਾ ਕੀਤਾ ਜਾਵੇ, ਜੀ। ਉਹਨਾਂ ਦੀ ਜਿਹੜੀ ਵਰਤੋਂ ਆ ਉਹ ਉੱਥੇ ਕੀਤੀ ਜਾਵੇ ਜਿੱਥੇ ਲੋੜ ਆ। ਇਹ ਸਾਰੀ ਬੜੀ ਲੰਮੀ ਅਸੀਂ 12-13 ਪੁਆਇੰਟ ਜਿਹੜੇ ਇਕੱਠੇ ਕਰਕੇ ਜੀ। ਅੰਮ੍ਰਿਤਸਰ ਵਿਕਾਸ ਮੰਚ ਨੇ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਸਿਵਲ ਐਵੀਏਸ਼ਨ ਮਿਨਿਸਟਰ ਹੈਗੇ ਆ, ਉਹਨਾਂ ਨੂੰ ਇਹ ਮੇਲ ਵੀ ਕੀਤੀ ਜੀ। ਤੇ ਬਾਈ ਪੋਸਟ ਵੀ ਭੇਜੀ। ਜੀ ਉਹਨਾਂ ਦੀ ਸਰਦਾਰ ਸਾਹਿਬ ਦੀ ਇਹ ਬੜੀ ਵੱਡੀ ਮੈਂ ਸਿਫਤ ਵੇਖੀ ਆ ਜੀ। ਵੀ ਜਿਹੜੀ ਉਹਨਾਂ ਨੂੰ ਚਿੱਠੀ ਜਾਂਦੀ ਆ ਨਾ, ਹਾਂਜੀ ਉਸ ਚਿੱਠੀ ਦਾ ਉਹ ਪੂਰਾ ਧਿਆਨ ਲੈਂਦੇ ਆ। ਜੀ ਪਹਿਲੀ ਗੱਲ ਤੇ ਉਹਨੂੰ ਬੜਾ ਮਨਿਊਟਲੀ ਪੜ੍ਹਦੇ ਆ, ਜੀ ਤੇ ਪੜ੍ਹਨ ਤੋਂ ਬਾਅਦ ਜੇ ਉਸ ਵਿੱਚ ਕੋਈ ਗੱਲ ਹੋਵੇ ਉਹਦਾ ਫਿਰ ਸਾਨੂੰ ਫੋਨ ਵੀ ਆਉਂਦਾ। ਜੀ ਜਿਹੜਾ ਉਹਨਾਂ ਦਾ ਪੀਏ ਆ ਨਾ, ਜੀ। ਉਹ ਫੋਨ ਵੀ ਕਰਦਾ ਜੀ। ਕਿ ਤੁਹਾਡੀ ਆ ਚਿੱਠੀ ਆਈ ਆ, ਇਹ ਮੰਤਰੀ ਸਾਹਿਬ ਨੇ ਪੜ੍ਹ ਲਈ ਆ, ਅੱਛਾ ਜੀ। ਤੇ ਇਹ ਤੇ ਗੌਰ ਫਰਮਾਉਣਗੇ। ਜੀ ਤੇ ਜੇ ਫਰਜ਼ ਕੀਤਾ ਉਹਨਾਂ ਨਾਲ ਸੰਬੰਧਿਤ ਨਾ ਹੋਵੇ, ਉਹ ਇਹ ਵੀ ਫੋਨ ਸਾਨੂੰ ਮੁੜ ਕੇ ਆਉਂਦਾ ਵਾ ਕਿ ਮੰਤਰੀ ਸਾਹਿਬ ਨੇ ਚਿੱਠੀ ਪੜ੍ਹੀ ਆ, ਜੀ। ਇਹ ਉਹਨਾਂ ਦੇ ਮਹਿਕਮੇ ਦੇ ਨਾਲ ਰਿਲੇਟਡ ਨਹੀਂ ਗੀ, ਇਸ ਕਰਕੇ ਤੁਸੀਂ ਮਤਲਬ ਵੀ ਸਿੱਧੀ ਸਪਸ਼ਟ ਗੱਲ ਆ ਬਿਲਕੁਲ। ਵੀ ਇਹ ਕੰਮ ਨਹੀਂ ਜੇ ਤੁਹਾਡਾ ਹੋਣਾ ਉਹਨਾਂ ਕੋਲ। ਜੀ ਸਿੱਧੀ ਗੱਲ ਆ। ਬਿਲਕੁਲ ਤੁਸੀਂ ਦੂਸਰੀ ਜਗ੍ਹਾ ਅਪਰੋਚ ਕਰ ਸਕਦੇ ਹੋ, ਤੁਸੀਂ ਕਿਸੇ ਹੋਰ ਜਗ੍ਹਾ ਅਪਰੋਚ ਕਰੋ, ਇਹ ਉਹਨਾਂ ਦੇ ਪ੍ਰੀਵਿਊ 'ਚ ਨਹੀਂ ਆਉਂਦੀ ਗੱਲ, ਜੀ। ਤੇ ਇਸ ਕਰਕੇ ਨਹੀਂ। ਫਿਰ ਜਦੋਂ ਇਹ ਚਿੱਠੀ ਲਿਖੀ, ਫਿਰ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ, ਜੀ। ਤੇ ਉਹ ਤੁਸੀਂ ਅਖਬਾਰਾਂ ਪੜ੍ਹ ਹੀ ਲਈਆਂ ਹੋਣੀਆਂ ਸਾਰੀਆਂ ਅਖਬਾਰਾਂ, ਇੰਡੀਅਨ ਐਕਸਪ੍ਰੈਸ, ਜਗਬਾਣੀ, ਜੀ। ਦੂਜੀਆਂ ਤੀਜੀਆਂ ਅਖਬਾਰਾਂ ਸਾਰੀਆਂ 'ਚ ਆਇਆ ਕਿ ਉਹਨਾਂ ਨੇ ਕਲੀਅਰ ਕਹਿਤਾ ਵੀ ਇਹ ਜਿਹੜਾ ਹਲਵਾਰਾ ਜੀ। ਹਵਾਈ ਅੱਡਾ ਪੰਜਾਬ ਸਰਕਾਰ ਪ੍ਰਪੋਜ਼ ਕਰ ਰਹੀ ਆ, ਜੀ। ਇੱਥੇ ਵੱਧ ਤੋਂ ਵੱਧ ਕੀ ਹੋ ਜਾਊਗਾ ਵੀ ਜਿਹੜਾ ਸਾਹਨੇਵਾਲ ਹਵਾਈ ਅੱਡਾ ਵਾ, ਉੱਥੋਂ ਦੀਆਂ ਜਿਹੜੀਆਂ ਜੀ ਜੋ ਵੀ ਹੈਗਾ ਉੱਥੋਂ ਦਾ ਬਿਜ਼ਨਸ ਜੀ। ਜਾਂ ਉੱਥੋਂ ਦੀਆਂ ਜਿਹੜੀਆਂ ਫਲਾਈਟਾਂ ਹੈਗੀਆਂ ਵਾ, ਉਹ ਹੀ ਇੱਥੇ ਸ਼ਿਫਟ ਕਰ ਦਾਂਗੇ ਹਲਵਾੜੇ, ਜੀ। ਤੇ ਇਹ ਡੋਮੈਸਟਿਕ ਹਵਾਈ ਅੱਡਾ ਹੋਊਗਾ, ਇਹ ਇੰਟਰਨੈਸ਼ਨਲ ਹਵਾਈ ਅੱਡਾ ਨਹੀਂ ਹੋਊਗਾ। ਜੀ। ਇਹ ਅਸੀਂ ਸਮਝਦੇ ਹਾਂ ਕਿ ਅੰਮ੍ਰਿਤਸਰ ਵਿਕਾਸ ਮੰਚ ਨੇ ਜੀ ਜਿਹੜੀ ਇੱਕ ਸੱਚਾਈ ਦੇ ਆਧਾਰ ਸਾਨੂੰ ਲੁਧਿਆਣੇ ਨਾਲ ਜਾਂ ਹਲਵਾਰੇ ਅੱਡੇ ਨਾਲ ਜੀ। ਕਿਸੇ ਕਿਸਮ ਦੀ ਕੋਈ ਈਰਖਾ ਨਹੀਂ ਗਈ, ਅਸੀਂ ਉਹਨਾਂ ਦੇ ਵਿਰੁੱਧ ਨਹੀਂ ਗਏ। ਬਿਲਕੁਲ ਅਸੀਂ ਇਹ ਚਾਹੁੰਦੇ ਆ ਵੀ ਹਰ ਏਰੀਆ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ, ਜੀ। ਪਰ ਜਿੱਥੇ ਕੱਲ ਨੂੰ ਬਿਜ਼ਨਸ ਹੋਣਾ ਹੀ ਨਹੀਂਗਾ, ਜੀ ਜਿੱਥੇ ਕੋਈ ਕਿਸੇ ਕਿਸਮ ਦਾ ਉੱਥੇ ਇਹਨੇ ਪ੍ਰਮੋਟ ਨਹੀਂ ਹੋਣਾ ਹਵਾਈ ਅੱਡੇ ਨੇ, ਜੀ। ਤੇ ਉੱਥੇ ਪੈਸੇ ਭਲਾ ਕਿਉਂ ਖਰਚ ਕੀਤੇ ਜਾਣ। ਹੁਣ ਨੰਬਰ 2 ਤੇ ਅੰਮ੍ਰਿਤਸਰ ਦਾ, ਤੇ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਕਿਸੇ ਵੀ ਇਲਾਕੇ ਚੋਂ ਜੀ ਜਿਹੜੇ ਸਾਡੇ 에ਅਰ ਟਰੈਵਲਰਸ ਹੈਗੇ ਆ, ਜੀ। ਉਹਨਾਂ ਨੇ ਇੱਥੋਂ ਜਾਣਾ ਹੋਵੇ ਜਾਂ ਪੰਜਾਬ ਚ ਆਉਣਾ ਹੋਵੇ ਵਾਪਸ, ਜੀ। ਤੇ ਉਹਨਾਂ ਦੀ ਜਿਹੜੀ ਮੇਨ ਅਟਰੈਕਸ਼ਨ ਆ ਉਹ ਹੈਗੀ ਆ ਸ਼੍ਰੀ ਹਰਿਮੰਦਰ ਸਾਹਿਬ। ਜੀ ਇਸ ਕਰਕੇ ਜਦੋਂ ਵੀ ਕੋਈ ਭਾਵੇਂ ਨਵੇਂ ਸ਼ਹਿਰ ਦਾ, ਭਾਵੇਂ ਲੁਧਿਆਣੇ ਦਾ, ਭਾਵੇਂ ਫਿਰੋਜ਼ਪੁਰ ਦਾ, ਭਾਵੇਂ ਰੋਪੜ ਪਟਿਆਲੇ ਦਾ ਵੀ ਕਿਸੇ ਨੇ ਬਾਹਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਤੇ ਜਾਣਾ ਹੋਵੇ, ਜੀ। ਤੇ ਉਹ ਸ਼੍ਰੀ ਹਰਿਮੰਦਰ ਸਾਹਿਬ ਆਪਣਾ ਜਿਹੜਾ ਨਾ ਉਹ ਨਤਮਸਤਕ ਹੋ ਕੇ ਜਾਂਦੇ ਆ, ਜੀ। ਗੁਰੂ ਮਹਾਰਾਜ ਦੀ ਆਸ਼ੀਰਵਾਦ ਲੈ ਕੇ ਜਾਂਦੇ ਆ, ਬਿਲਕੁਲ। ਤੇ ਜਦੋਂ ਵਾਪਸ ਆਉਂਦੇ ਆ ਉਦੋਂ ਵੀ ਉਹਨਾਂ ਦੀ ਇੱਛਾ ਹੁੰਦੀ ਆ ਵੀ ਹਰਿਮੰਦਰ ਸਾਹਿਬ ਜਿਹੜਾ ਵਾ ਜੀ। ਉਹ ਗੁਰੂ ਮਹਾਰਾਜ ਦੀ ਜਿਹੜੀ ਆ ਉਹ ਸ਼ਰਧਾ ਭਾਵਨਾ ਭੇਟ ਕੀਤੀ ਜਾਵੇ। ਜੀ ਇਸ ਕਰਕੇ ਅੰਮ੍ਰਿਤਸਰ ਦਾ ਜਿੰਨਾ ਇਸ ਵੇਲੇ ਹਵਾਈ ਅੱਡਾ ਡਿਵੈਲਪ ਹੋ ਚੁੱਕਾ ਵਾ, ਜਿੰਨਾ ਇੱਥੇ ਬਿਜ਼ਨਸ ਹੋ ਸਕਦਾ, ਬਿਲਕੁਲ ਉਹਨੂੰ ਅੱਧਾ ਜਿਹੜੀਆਂ ਸਵਾਰੀਆਂ ਹੱਲੇ ਹੈਗੀਆਂ ਵਾ, ਇਸ ਤੋਂ ਇਹ ਡਬਲ ਜਿਹੜਾ ਬਿਜ਼ਨਸ ਹਵਾਈ ਅੱਡਾ ਜਿਹੜਾ ਵਾ ਉਹ ਕਰਨ ਦੇ ਯੋਗ ਹੈ, ਕਰ ਸਕਦਾ। ਬਿਲਕੁਲ। ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ 에ਅਰਪੋਰਟ ਅੰਮ੍ਰਿਤਸਰ ਦੇ ਜਿਹੜੇ ਡਾਇਰੈਕਟਰ ਆ ਉਹ ਵੀ ਚੇਂਜ ਹੋਏ ਆ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਵੈਲਕਮ ਕੀਤਾ ਆ। ਹਾਂਜੀ। ਮੈਨੂੰ ਵੀ ਪਤਾ ਲੱਗਾ ਸੀਗਾ ਕਿ ਕਾਫੀ ਅੱਛੇ ਤੇ ਐਕਟਿਵ ਇਨਸਾਨ ਨੇ, ਕਿ ਜਿਹੜੇ ਕਾਫੀ ਕੁਝ ਜਿਹੜਾ ਆ ਉਹ ਅਪਡੇਟ ਕਰਦੇ ਰਹਿੰਦੇ ਆ। ਇਹ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਆ ਕਿ ਡਾਇਰੈਕਟਰ ਜਿਹੜਾ ਹੈ ਉਹ ਆਪ ਜਿਹੜੇ ਵੀ 에ਅਰਪੋਰਟ ਦਾ ਡਾਇਰੈਕਟਰ ਲੱਗਦਾ ਉਹ ਰੁਚੀ ਲਵੇ, ਵੱਖ-ਵੱਖ ਚੀਜ਼ਾਂ ਨੂੰ ਦੇਖਦਾ ਕਿ ਕਿੱਥੇ ਕੀ ਹੋਣ ਵਾਲਾ, ਕਿਵੇਂ ਹੋਣਾ, ਕਿਵੇਂ ਕਰਨਾ ਹੈ ਸਾਰਾ ਕੁਝ। ਗਿੱਲ ਸਾਹਿਬ, ਇਹ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਗੱਲ ਆ ਜੀ। ਕਿ ਜਿਹੜੇ ਪਹਿਲੇ ਡਾਇਰੈਕਟਰ ਸੀ ਨਾ ਚੰਸੂਰੀਆ ਸਾਹਿਬ, ਜੀ ਹਾਂਜੀ, ਉਹਨਾਂ ਵੀ ਅੰਮ੍ਰਿਤਸਰ ਹਵਾਈ ਅੱਡੇ ਡਿਵੈਲਪਮੈਂਟ ਕਰਨ ਵਾਸਤੇ ਜੀ ਕੋਈ ਕਸਰ ਨਹੀਂ ਛੱਡੀ। ਜਿਹੜਾ ਉੱਥੇ ਮੇਨ ਬਿਲਡਿੰਗ ਆ ਉਹਦੇ ਸਾਹਮਣੇ ਉਹਨਾਂ ਨੇ ਇੱਕ ਬੜੀ ਪਰਮਾਨੈਂਟ ਕੈਨੋਪੀ ਬਣਾਤੀ ਆ। ਜੀ। ਫਿਰ ਜਿਹੜੀ ਫਸਟ ਫਲੋਰ ਆ ਹਾਂਜੀ। ਉਹਨੂੰ ਵੀ ਉਹਨਾਂ ਨੇ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਵਾ ਜੀ। ਵੀ ਉੱਥੇ ਵੀ ਜਿਹੜੇ ਉਹਨਾਂ ਦਾ ਜਿਹੜਾ ਅਪਰ ਫਸਟ ਫਲੋਰ ਆ ਜੀ। ਉਸ ਦੀ ਪੂਰੀ ਚੰਗੀ ਤਰ੍ਹਾਂ ਵਰਤੋਂ ਹੋ ਸਕਦੀ ਆ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਉੱਥੇ 에ਅਰਪੋਰਟ ਦੇ ਅੱਗੇ ਜਿਹੜੀ ਪਾਰਕਿੰਗ ਆ, ਹਾਂਜੀ, ਉਸ ਨੂੰ ਵੀ ਬੜਾ ਪ੍ਰੋਪਰ ਜਗ੍ਹਾ ਤੇ ਉਹਨਾਂ ਨੇ ਮੇਨਟੇਨ ਕੀਤਾ ਵਾ, ਜੀ। ਉਹਦੀ ਡਿਵੈਲਪਮੈਂਟ ਵੀ ਕਾਫੀ ਕੀਤੀ ਆ। ਤੇ ਇਸ ਤੋਂ ਇਲਾਵਾ ਜੇ ਉਹਨਾਂ ਨੇ 2 ਮੇਨ ਪਾਰਕਾਂ ਜਿਹੜੀਆਂ ਨਾ ਉਹ ਵੀ ਬੜੀਆਂ ਸੋਹਣੀਆਂ ਜਿਹੜੀਆਂ ਮੇਨ ਟਰਮੀਨਲ ਦੇ ਅੱਗੇ ਬਣਾਤੀਆਂ ਵਾ। ਜੀ। ਉਹਨਾਂ ਚੋਂ ਇੱਕ ਜਿਹੜੀ ਪਾਰਕ ਆ ਉਹ ਅੰਮ੍ਰਿਤਸਰ ਵਿਕਾਸ ਮੰਚ ਜਿਹੜਾ ਉਹ ਡਿਵੈਲਪ ਕਰ ਰਿਹਾ ਵਾ, ਜੀ। ਇੱਕ ਕੋਈ ਦੂਸਰੀ ਪਾਰਟੀ ਜਿਹੜੀ ਆ ਉਹ ਡਿਵੈਲਪ ਕਰ ਰਹੀ ਆ। ਜੀ ਜਿਸ ਦਿਨ ਉਹ ਚੰਸੋਰੀਆ ਸਾਹਿਬ ਇੱਥੋਂ ਟ੍ਰਾਂਸਫਰ ਹੋਏ ਆ, ਜੀ ਉਹਨਾਂ ਦੀ ਟ੍ਰਾਂਸਫਰ ਦਿੱਲੀ ਹੋਈ ਆ, ਜੀ ਤੇ ਉਦੋਂ ਵੀ ਅਸੀਂ ਉਹਨਾਂ ਦਾ ਸਤਿਕਾਰ ਭੇਟ ਕਰਨ ਵਾਸਤੇ ਜੀ। ਜੋ ਉਹਨਾਂ ਦੀ ਹਵਾਈ ਅੱਡੇ ਨੂੰ ਦੇਣ ਆ, ਹਾਂਜੀ, ਉਹਦਾ
ਧੰਨਵਾਦ ਕਰਨ ਵਾਸਤੇ ਜੀ। ਅੰਮ੍ਰਿਤਸਰ ਵਿਕਾਸ ਮੰਚ ਦੀ ਪੂਰੀ ਟੀਮ ਜਿਹੜੀ ਆ ਉਹ ਉਹਨਾਂ ਕੋਲ ਗਈ ਸੀ ਜੀ। ਤੇ ਆਪਣਾ ਸ਼ਰਧਾ ਪਿਆਰ ਜਿਹੜਾ ਸੀ ਜੀ। ਉਹ ਅਸੀਂ ਉਹਨਾਂ ਨੂੰ ਦੇ ਕੇ ਵੀ ਆਏ ਸਾਂ ਜੀ। ਤੇ ਜਿਹੜੇ ਨਵੇਂ ਡਾਇਰੈਕਟਰ ਸਾਹਿਬ ਆਏ ਆ ਜੀ। ਇਹਨਾਂ ਨੂੰ ਵੀ ਬਕਾਇਦਾ ਅਸੀਂ ਜੀ। ਪੂਰੇ ਇੱਜ਼ਤ ਮਾਣ ਨਾਲ ਵੈਲਕਮ ਕਰਕੇ ਆਏ ਆ ਜੀ। ਤੇ ਉਹ ਵੀ ਸਾਡੇ ਸੰਪਰਕ 'ਚ ਆ ਜੀ। ਤੇ 에ਅਰਪੋਰਟ ਦੀ ਡਿਵੈਲਪਮੈਂਟ ਵਾਸਤੇ ਉਹ ਵੀ ਬੜੇ ਉਤਸੁਕ ਆ ਜਿਹੜਾ ਇਸ ਵੇਲੇ ਸਮੱਸਿਆ ਚੱਲ ਰਹੀ ਆ ਕੋਵਿਡ-19 ਦੀ ਜੀ। ਇਹਦੇ ਕਰਕੇ ਜਿਹੜੀਆਂ ਫਲਾਈਟਾਂ ਵਾ ਹਾਂਜੀ। ਇਹ ਸਸਪੈਂਡ ਹੋਈਆਂ ਵਾ ਜੀ। ਇਹ ਜਦੋਂ ਇਹ ਸਮੱਸਿਆ ਹੱਲ ਹੋ ਗਈ ਜੀ ਜੀ ਫਿਰ ਦੁਬਾਰਾ ਜਿਹੜੀਆਂ ਨਵੇਂ ਸਿਰੇ ਫਲਾਈਟਾਂ ਤੋਂ ਰੂਟੀਨ 'ਚ ਆ ਗਈਆਂ ਜੀ। ਤੇ ਫਿਰ ਸਾਨੂੰ ਉਮੀਦ ਆ ਕਿ ਨਵੇਂ ਡਾਇਰੈਕਟਰ ਸਾਹਿਬ ਵੀ ਜੀ। ਇਹ ਨਵੀਆਂ ਫਲਾਈਟਾਂ ਲਿਆਉਣ ਵਾਸਤੇ ਜੀ। ਤੇ ਹੋਰ 에ਅਰਪੋਰਟ ਦੀ ਡਿਵੈਲਪਮੈਂਟ ਕਰਨ ਜੀ। ਵਾਸਤੇ ਪੂਰੇ ਯਤਨ ਰਹਿਣਗੇ ਪਰ ਸਾਨੂੰ ਫਿਰ ਵੀ ਤਸੱਲੀ ਆ ਜੀ। ਕਿ ਜਿਸ ਵੇਲੇ ਦੁਨੀਆ ਦੇ ਸਾਰੇ ਹਵਾਈ ਅੱਡੇ ਬੰਦ ਸੀ ਜੀ 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 ਪੂਰੀ ਜਿਹੜੀ ਆ ਇਹ ਜਿਹੜੀ ਹਵਾਈ ਸੇਵਾਵਾਂ ਜੀ ਜੀ ਠੱਪ ਹੋ ਕੇ ਰਹਿ ਗਈਆਂ ਸੀ ਜੀ। ਉਸ ਵੇਲੇ ਅੰਮ੍ਰਿਤਸਰ ਦੇ ਹਵਾਈ ਅੱਡੇ ਨੇ ਪੂਰੀਆਂ ਸੇਵਾਵਾਂ ਦਿੱਤੀਆਂ ਜੀ ਬਿਲਕੁਲ ਜਿਹੜੇ ਇੰਗਲੈਂਡ 'ਚ ਬੰਦੇ ਫਸੇ ਸੀ ਇੱਥੋਂ ਸਿੱਧੀਆਂ ਇੰਗਲੈਂਡ ਨੂੰ ਫਲਾਈਟਾਂ ਗਈਆਂ ਜੀ। ਜਿਹੜੇ ਕੈਨੇਡਾ ਦੇ ਫਸੇ ਸੀ ਜੀ। ਇੱਥੋਂ ਸਿੱਧੀਆਂ ਕੈਨੇਡਾ ਨੂੰ ਫਲਾਈਟਾਂ ਗਈਆਂ ਜੀ। ਜਿਹੜੇ ਆਸਟ੍ਰੇਲੀਆ ਦੇ ਬੰਦੇ ਫਸੇ ਸੀ ਇੱਥੋਂ ਸਿੱਧੀਆਂ ਆਸਟ੍ਰੇਲੀਆ ਨੂੰ ਫਲਾਈਟਾਂ ਗਈਆਂ ਜੀ, ਜੀ। ਤੇ ਉਸ ਵੇਲੇ ਵੀ ਅੰਮ੍ਰਿਤਸਰ ਦਾ ਹਵਾਈ ਅੱਡਾ ਜਿਹੜਾ ਵਾ ਇਹਨੇ ਪੂਰੀਆਂ ਸੇਵਾਵਾਂ ਦਿੱਤੀਆਂ ਜੀ, ਜੀ। ਤੇ ਇਸ ਵੇਲੇ ਅੰਮ੍ਰਿਤਸਰ ਤੋਂ ਜਿਹੜਾ ਹੀਥਰੋ ਹਵਾਈ ਅੱਡਾ ਲੰਡਨ ਆ ਜੀ। ਉਹਦੀ ਵੀ ਸਿੱਧੀ ਫਲਾਈਟ ਚੱਲ Flight ਰਹੀ ਆ ਜਿਹੜੀ ਆ ਸ਼ੁਰੂ ਹੋ ਗਈ। ਤੇ ਇਹ ਹਾਲਾਂਕਿ ਥੋੜੇ ਸਮੇਂ ਵਾਸਤੇ ਆ ਜੀ। ਅਸੀਂ ਤੁਹਾਡੇ ਚੈਨਲ ਦੇ ਥਰੂ ਜੀ। ਇਹ ਜਿਹੜਾ ਸਿਵਲ ਐਵੀਏਸ਼ਨ ਮਿਨਿਸਟਰ ਸਾਹਿਬ ਹੈਗੇ ਆ ਜੀ। ਉਹਨਾਂ ਤੋਂ ਮੰਗ ਕਰਦੇ ਆ ਵੀ ਇਹ ਜਿਹੜੀ ਫਲਾਈਟ ਆ ਇਸ ਨੂੰ ਪਰਮਾਨੈਂਟ ਕੀਤਾ ਜਾਵੇ ਜੀ। ਤੇ ਇਸ ਨੂੰ ਜਿਹੜਾ ਵਾ ਇਸ ਤੋਂ ਬਾਅਦ ਖਤਮ ਨਾ ਕੀਤਾ ਜਾਵੇ ਕਿਉਂਕਿ ਪੂਰਾ ਬਿਜ਼ਨਸ ਲੈ ਰਹੀ ਆ ਜੀ, ਜੀ, ਪੂਰੀਆਂ ਸਵਾਰੀਆਂ ਜਾ ਰਹੀਆਂ ਵਾ ਜੀ। ਹਾਂਜੀ ਬਿਲਕੁਲ। ਇਸ ਕਰਕੇ ਇਹ ਮਤਲਬ ਵੀ ਦਿੱਲੀ ਹਵਾਈ ਅੱਡੇ ਤੇ ਜਿੰਨੀਆਂ ਸਵਾਰੀਆਂ ਜਾਂਦੀਆਂ ਸੀ ਹੀਥਰੋ ਨੂੰ ਉਧਰੋਂ ਵੱਧ ਅੰਮ੍ਰਿਤਸਰ ਦੀਆਂ ਜਿਹੜੀਆਂ ਸਵਾਰੀਆਂ ਜਾ ਰਹੀਆਂ ਇੱਥੋਂ ਵੈਸੇ ਬਿਲਕੁਲ ਇਹ ਜਿਹੜੀ ਫਲਾਈਟ ਸ਼ੁਰੂ ਹੋਈ ਆ ਅਸੀਂ ਵੀ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਉੱਥੇ ਪੰਜਾਬੀ ਐਮਪੀਜ਼ ਨੇ ਉਹਨਾਂ ਨੂੰ ਵੀ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਇਹ ਫਲਾਈਟ ਜਿਹੜੀ ਆ ਤੁਸੀਂ ਵੀ ਜਿਹੜਾ ਹੈ ਇਹਦੇ ਵਿੱਚ ਆਪਣਾ ਵੀ ਯੋਗਦਾਨ ਜਿਹੜਾ ਹੈ ਉਹ ਪਾਓ ਇੱਥੇ ਸਰਕਾਰ ਨਾਲ ਗੱਲ ਜਿਹੜੀ ਆ ਉਹ ਕਰੋ ਕਿ ਇਹ ਫਲਾਈਟ ਜਿਹੜੀ ਆ ਇਹ ਲਗਾਤਾਰ ਜਿਹੜੀ ਚੱਲਦੀ ਹੀ ਰਵੇ ਅੰਮ੍ਰਿਤਸਰ 에ਅਰਪੋਰਟ ਤੋਂ। ਪਹਿਲਾਂ ਵੀ ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਕਾਫੀ ਯੋਗਦਾਨ ਜਿਹੜਾ ਆ ਉਹ ਦਿੱਤਾ ਆ ਹੋਰ ਵੀ ਪੰਜਾਬੀ ਐਮਪੀਜ਼ ਜਿਹੜੇ ਆ ਉਹ ਹੈਗੇ ਆ ਸੋ ਉਹਨਾਂ ਦਾ ਵੀ ਯੋਗਦਾਨ ਜਿਹੜਾ ਉਹਦੀ ਵੀ ਜ਼ਰੂਰਤ ਆ। ਸੋ ਅਨਕੀ ਸਾਹਿਬ ਅਗਲੀ ਗੱਲ ਕਰੀਏ ਤਾਂ ਇੱਥੋਂ ਫਲਾਈਟਸ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਫਲਾਈਟਾਂ ਜਾ ਰਹੀਆਂ ਹੋਰ ਕੀ ਡਿਵੈਲਪਮੈਂਟ ਜਿਹੜੀ ਆ 에ਅਰਪੋਰਟ ਦੀ ਹੋ ਰਹੀ ਆ ਹੋਰ ਕੀ ਆਸ ਹੈਗੀ ਆ ਫਲਾਈਟਸ ਦੀ ਕਿਉਂਕਿ ਇਹ ਵੀ ਪਤਾ ਲੱਗਾ ਹੈ ਕਿ ਕਤਰ 에ਅਰਵੇਜ਼ ਨੇ ਕੈਨੇਡਾ ਨੂੰ ਇੱਥੋਂ ਬਹੁਤ ਸਾਰੇ ਜਿਹੜੇ ਕੈਨੇਡੀਅਨ ਸਿਟੀਜ਼ਨ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਪਹੁੰਚਾਇਆ ਵਾ ਟੋਰਾਂਟੋ ਤੱਕ ਜੀ। ਤੇ ਉਹਨਾਂ ਕੋਲ ਪਹਿਲਾਂ ਪਰਮਿਸ਼ਨ ਨਹੀਂ ਸੀਗੀ ਟੋਰਾਂਟੋ ਜਿਹੜੀ ਆ ਉਹ ਡਾਇਰੈਕਟ ਫਲਾਈਟ ਦੀ ਪਹਿਲਾਂ ਉਹਨਾਂ ਦੇ ਕੋਲ ਮੌਂਟਰੀਅਲ ਦੀ ਸੀਗੀ ਸ਼ਾਇਦ ਪਰ ਟੋਰਾਂਟੋ ਦੀ ਨਹੀਂ ਸੀ ਹੈਗੀ ਪਰ ਹੁਣ ਉਹਨਾਂ ਨੂੰ ਕਹਿੰਦੇ ਆ ਕਿ ਉਹਦੀ ਪਰਮਿਸ਼ਨ ਜਿਹੜੀ ਆ ਉਹ ਮਿਲ ਰਹੀ ਆ ਕੁਝ ਸਮੇਂ ਦੇ ਵਿੱਚ ਸੋ ਉਹ ਵੀ ਕਾਫੀ ਅੱਛਾ ਹੋ ਜਾਏਗਾ ਕਿ ਅੰਮ੍ਰਿਤਸਰ ਤੋਂ ਦੋਹਾ ਤੇ ਦੋਹਾ ਤੋਂ ਸਿੱਧਾ ਟੋਰਾਂਟੋ ਜਿਹੜਾ ਕੈਨੇਡਾ ਜਿਹੜਾ ਆ ਉਹ ਜਾ ਸਕਦੇ ਆ। ਬਿਲਕੁਲ ਠੀਕ ਤੁਹਾਡੀ ਗਿੱਲ ਸਾਹਿਬ ਗੱਲ ਆ ਵੀ ਇਸ ਕਰੋਨਾ ਨੇ ਜੀ ਇੱਕ ਕਿਸਮ ਦਾ ਕਹਿ ਲਓ ਵੀ ਅੰਮ੍ਰਿਤਸਰ 에ਅਰਪੋਰਟ ਦਾ ਇਮਤਿਹਾਨ ਲਿਆ ਜੀ 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 ਉਸ ਇਮਤਿਹਾਨ ਚੋਂ ਜੀ। ਅੰਮ੍ਰਿਤਸਰ ਦਾ 에ਅਰਪੋਰਟ 100 ਚੋਂ 100 ਨੰਬਰ ਲੈ ਕੇ ਜਿਹੜਾ ਵਾ ਜੀ। ਪਾਸ ਹੋਇਆ ਵਾ ਜੀ ਜੀ ਹਾਂਜੀ ਬਿਲਕੁਲ। ਇਸ ਕਰਕੇ ਤੇ ਇਹ ਆਪਾਂ ਨੂੰ ਪਤਾ ਵੀ ਆ ਕਿ ਬਹੁਤੇ ਪੰਜਾਬੀ ਜਿਹੜੇ ਆ ਉਹ ਕੈਨੇਡਾ ਜੀ ਬਹੁਤ ਉਹਨਾਂ ਦਾ ਆਉਣ ਜਾਣ ਆ ਹਾਂਜੀ। ਬਹੁਤ ਕੈਨੇਡਾ ਸਾਡੇ ਜਿਹੜੇ ਸਟੂਡੈਂਟ ਆ ਉਹ ਵੀ ਬੜੇ ਜਾ ਰਹੇ ਆ ਜੀ। ਉੱਥੋਂ ਆਉਂਦੇ ਆ ਹਾਂਜੀ। ਸਟੂਡੈਂਟ ਦੇ ਨਾਲ ਉਹਨਾਂ ਦੇ ਪੇਰੈਂਟਸ ਜਿਹੜੇ ਵਗੈਰਾ ਜਿਹੜੇ ਉਹ ਵੀ ਜੀ। ਉੱਥੇ ਜਾ ਰਹੇ ਆ ਜੀ, ਜੀ, ਜੀ। ਇਸ ਕਰਕੇ ਕੈਨੇਡਾ ਤੇ ਹੁਣ ਸਮਝ ਲਓ ਦੂਜਾ ਪੰਜਾਬ ਬਣ ਗਿਆ ਜੀ ਬਿਲਕੁਲ ਹਾਂਜੀ ਬਿਲਕੁਲ। ਇਸ ਕਰਕੇ ਉੱਥੋਂ ਦੀ ਜਿਹੜੀ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਆ ਨਾ ਜੀ। ਕੈਨੇਡਾ ਨੂੰ ਇਹ ਬੜੀ ਚਿਰ ਦੀ ਮੰਗ ਵੀ ਹੈਗੀ ਆ ਤੇ ਇਹ ਇਸ ਸਮੇਂ ਦੇ ਵਿੱਚ ਸਫਲ ਵੀ ਹੋਈ ਆ ਜੀ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਥਰੂ ਜਿਹੜੀਆਂ ਸਰਕਾਰਾਂ ਵਾ ਜੀ। ਤੇ ਜਾਂ ਜਿਹੜੇ 에ਅਰ ਟਰੈਵਲਰਸ ਹੈਗੇ ਆ ਜੀ। ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਅੰਮ੍ਰਿਤਸਰ ਤੋਂ ਜਿਹੜੀ ਸਿੱਧੀ ਕੈਨੇਡਾ ਨੂੰ ਫਲਾਈਟ ਵੀ ਜਿਹੜੀ ਆ ਜੀ। ਉਹ ਵੀ ਇੱਥੋਂ ਚਲਾਈ ਜਾਵੇ। ਬਿਲਕੁਲ ਅਨਕੀ ਸਾਹਿਬ ਗੱਲ ਕਰੀਏ ਅੰਮ੍ਰਿਤਸਰ ਦੇ ਟੂਰਿਜ਼ਮ ਦੀ ਜੇਕਰ ਗੱਲ ਕਰੀਏ ਤਾਂ ਉਹਦੇ ਵਾਸਤੇ ਕੀ ਕੁਝ ਉਪਰਾਲੇ ਅੰਮ੍ਰਿਤਸਰ ਵਿਕਾਸ ਮੰਚ ਜਿਹੜਾ ਆ ਉਹ ਕਰ ਰਿਹਾ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਰੋਨਾ ਦੀ ਅਸੀਂ ਗੱਲ ਕਰ ਰਹੇ ਉਸ ਨੂੰ ਲੈ ਕੇ ਚਾਹੇ ਕਿ ਟੂਰਿਸਟ ਜਿਹੜੇ ਆ ਉਹ ਨਾ ਦੇ ਬਰਾਬਰ ਹੈ ਇੱਥੇ ਕੋਈ ਅਜੇ ਆ ਨਹੀਂ ਰਿਹਾ ਚਾਹੇ ਕਿ ਪੰਜਾਬ ਤੋਂ ਥੋੜ੍ਹਾ ਬਹੁਤਾ ਕੋਈ ਲੋਕ ਆਉਂਦੇ ਆ ਪਰ ਫਿਲਹਾਲ ਅਜੇ ਸਾਰੀਆਂ ਚੀਜ਼ਾਂ ਬੰਦ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਮੁੱਖ ਰੱਖਦਿਆਂ ਕੋਈ ਇਸ ਤਰ੍ਹਾਂ ਦਾ ਅਧਿਕਾਰੀ ਜਾਂ ਕੋਈ ਗਵਰਨਮੈਂਟ ਦਾ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਕਿ ਆਪ ਪੇਨ ਲੈ ਕੇ ਇੱਥੇ ਕੰਮ ਕਰੇ ਕਿਉਂਕਿ ਕਈ ਵਾਰ ਹੁੰਦਾ ਕਿ ਟਰਾਂਸਫਰ ਜ਼ਰੂਰ ਹੋ ਜਾਂਦੀ ਆ ਜਾਂ ਕਿਸੇ ਨੂੰ ਲਾ ਜ਼ਰੂਰ ਦਿੱਤਾ ਜਾਂਦਾ ਪਰ ਉਹਨਾਂ ਦੇ ਵਿੱਚ ਇੰਨਾ ਇੰਟਰਸਟ ਜਿਹੜਾ ਹੈ ਉਹ ਨਹੀਂ ਲੈਂਦੇ ਕਈ ਵਾਰ ਤੇ ਉਹਦੇ ਕਰਕੇ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੁੰਦੀ
ਟੂਰਿਸਟ ਜਿਹੜੇ ਆਉਂਦੇ ਆ ਉਹ ਕਈ ਵਾਰ ਇਹ ਵੀ ਸ਼ਿਕਾਇਤ ਕਰਦੇ ਆ ਕਈ ਕਿ ਬਹੁਤ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਜਿੱਥੇ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਆ, ਪਸ਼ੂ ਜਿਹੜੇ ਆ ਉਹ ਅਵਾਰਾ ਕੁੱਤਿਆਂ ਦੀ ਪ੍ਰੋਬਲਮ ਆ, ਕੂੜਾ ਜਿਹੜਾ ਜਗ੍ਹਾ ਜਗ੍ਹਾ ਸੁੱਟਿਆ ਹੋਇਆ। ਇਸ ਚੀਜ਼ ਨੂੰ ਲੈ ਕੇ ਮੁੱਖ ਤੌਰ ਦੇ ਉੱਤੇ ਸਾਫ਼ ਸਫਾਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਜਿਹੜੇ ਲੋਕ ਆ ਉਹ ਇਸ ਚੀਜ਼ ਦੀ ਹਮੇਸ਼ਾ ਹੀ ਸ਼ਿਕਾਇਤ ਜਿਹੜੀ ਆ ਉਹ ਕਰਦੇ ਆ, ਕਿਉਂਕਿ ਅਜਿਹੀਆਂ ਚੀਜ਼ਾਂ ਉਹਨਾਂ ਨੂੰ ਕਾਫੀ ਦੇਰ ਬਾਅਦ ਦੇਖਣ ਨੂੰ ਮਿਲਦੀਆਂ ਨੇ ਤੇ ਜਿਹੜੇ ਇੱਥੇ ਯੂਜ਼ ਟੂ ਹੁੰਦੇ ਆ ਉਹ ਇੰਨਾ ਪ੍ਰਵਾਹ ਜਿਹੜੀ ਆ ਉਹ ਨਹੀਂ ਕਰਦੇ ਇਸ ਚੀਜ਼ ਦੀ। ਗਿੱਲ ਸਾਹਿਬ, ਤੁਹਾਡਾ ਇਹ ਸਵਾਲ ਬੜਾ ਢੁਕਵਾਂ ਤੇ ਅੰਮ੍ਰਿਤਸਰ ਵਾਸਤੇ ਬੜਾ ਜ਼ਰੂਰੀ ਹੈ ਜੀ, ਕਿਉਂਕਿ ਅੰਮ੍ਰਿਤਸਰ ਦੀਆਂ ਜਿਹੜੀ ਬਾਕੀ ਇੰਡਸਟਰੀ ਆ ਨਾ ਜੀ, ਉਹ ਲਗਭਗ ਆਪਾਂ ਕਹਿ ਸਕਦੇ ਹਾਂ ਕਲੈਪਸ ਹੋ ਚੁੱਕੀ ਹੈ ਜੀ, ਕਿਉਂਕਿ ਜਿਹੜੀਆਂ ਸਾਡੀਆਂ ਨੇਬਰਿੰਗ ਸਟੇਟਸ ਹੈਗੀਆਂ ਵਾ, ਜੰਮੂ ਕਸ਼ਮੀਰ, ਹਿਮਾਚਲ, ਜੀ, ਜੀ, ਇਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਬੜੇ ਟੈਕਸ ਬੈਨੀਫਿਟ ਦਿੱਤੇ ਆ ਤੇ ਉਹ ਟੈਕਸ ਬੈਨੀਫਿਟਸ ਕਰਕੇ ਜਿਹੜੀਆਂ ਇੱਥੋਂ ਦੀ ਬਹੁਤੀ ਇੰਡਸਟਰੀ ਆ ਨਾ ਉਹ ਹਿਮਾਚਲ ਸ਼ਿਫਟ ਹੋ ਗਈ ਆ। ਜੀ, ਜੀ, ਹੁਣ ਜੇ ਅੰਮ੍ਰਿਤਸਰ ਇਸ ਵੇਲੇ ਸਰਵਾਈਵ ਕਰ ਰਿਹਾ ਤੇ ਉਹ ਸਿਰਫ ਇੰਡਸਟਰੀ ਹੈਗੀ ਹੈ ਟੂਰਿਜ਼ਮ ਇੰਡਸਟਰੀ। ਬਿਲਕੁਲ, ਬਿਲਕੁਲ। ਪਰ ਇਸ ਇੰਡਸਟਰੀ ਨੂੰ ਪ੍ਰੋਪਰ ਢੰਗ ਨਾਲ ਪਲਾਨ ਕਰਨ ਵਾਸਤੇ, ਇਹਦੀ ਪ੍ਰਮੋਸ਼ਨ ਵਾਸਤੇ, ਇਹਦੀ ਤਰੱਕੀ ਵਾਸਤੇ ਇਸ ਵੇਲੇ ਤੇ ਸਾਨੂੰ ਅੰਮ੍ਰਿਤਸਰ ਦੇ ਵਿੱਚ ਕੋਈ ਇਹ ਅਫਸਰ ਜਾਪਦਾ ਨਹੀਂਗਾ ਵੀ ਜਿਹੜਾ ਇਸੇ ਚੀਜ਼ ਤੇ ਸਿਰਫ ਕੇਂਦਰਿਤ ਹੋਵੇ ਵੀ ਇਸ ਇੰਡਸਟਰੀ ਨੂੰ ਹੁਣ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਪ੍ਰਫੁੱਲਤ ਕਰਨਾ ਵਾ। ਜੀ, ਹੁਣ ਤੁਸੀਂ ਵੇਖੋ ਵੀ ਅੰਮ੍ਰਿਤਸਰ ਸ਼ਹਿਰ ਕਹਿਣ ਨੂੰ ਤਾਂ ਹੈਗਾ ਜੀ ਇਹ ਸਮਾਰਟ ਸਿਟੀ, ਜੀ, ਪਰ ਮੈਨੂੰ ਲੱਗਦਾ ਵਾ ਵੀ ਸਾਡੇ ਅਫਸਰਾਂ ਨੂੰ ਸ਼ਾਇਦ ਸਮਾਰਟ ਦੇ ਅਰਥ ਹੀ ਨਹੀਂ ਆਉਂਦੇ ਵੀ ਸਮਾਰਟ ਦਾ ਅਰਥ ਹੁੰਦਾ ਕੀ ਹੈ। ਜੀ, 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 ਬਿਲਕੁਲ। ਜਿਹੜੀ ਨਗਰ ਨਿਗਮ ਦੀ ਕਮਿਸ਼ਨਰ ਕੋਮਲ ਮਿੱਤਲ ਆ ਜੀ, ਉਹ ਇਸ ਸਮਾਰਟ ਸਿਟੀ ਪ੍ਰੋਜੈਕਟ ਦੀ ਇੰਚਾਰਜ ਆ, ਪਰ ਮੇਰਾ ਖਿਆਲ ਆ ਇਹ 4-5 ਸਾਲ ਹੋ ਗਏ ਆ ਸਮਾਰਟ ਸਿਟੀ 'ਚ ਸ਼ਾਮਲ ਹੋਇਆ ਨੂੰ ਤੇ ਹਾਲੇ ਅੰਮ੍ਰਿਤਸਰ ਦੇ ਵਿੱਚ ਕੋਈ ਸਮਾਰਟ ਵਾਲੀ ਗੱਲ ਨਹੀਂ ਹੈਗੀ। ਬਿਲਕੁਲ। ਤੁਸੀਂ ਆਪ ਹੀ ਜ਼ਿਕਰ ਕਰ ਦਿੱਤਾ ਵੀ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਗਾ। ਫਿਰ ਜਿਹੜਾ ਇਹਨਾਂ ਨੇ ਆਪਣਾ ਭਗਤਾਂ ਵਾਲੇ ਜਿਹੜਾ ਡੰਪ ਬਣਾਇਆ ਸੀ ਜੀ, ਉਹਦੇ ਬਾਰੇ ਇਹਨਾਂ ਬੜੀਆਂ ਪਲਾਨ ਤਿਆਰ ਕੀਤੀਆਂ। ਵੇਖੋ ਜੀ ਉੱਥੇ ਪਾਰਕ ਬਣਾ ਦੇਣੇ ਆ, ਸਿਰਫ 5 ਏਕੜ ਦੇ ਵਿੱਚ ਕੂੜਾ ਹੋਣਾ, ਉੱਥੇ ਮਸ਼ੀਨਾਂ ਲੱਗ ਜਾਣੀਆਂ, ਉਹਨਾਂ ਕੂੜੇ ਨੂੰ ਪ੍ਰੋਸੈਸਿੰਗ ਕਰ ਦੇਣੀ ਆ, ਉੱਥੋਂ ਕੋਈ ਬੋ ਨਹੀਂ ਆਉਣੀ, ਉੱਥੋਂ ਕੋਈ ਸਮੈਲ ਨਹੀਂ ਆਉਣੀ, ਕੁਛ ਨਹੀਂ ਹੋਇਆ ਜੀ। ਫਿਰ ਆ ਜਿਹੜੀ ਸਾਡੇ ਗ੍ਰੀਨ ਬੈਲਟਾਂ ਹੈਗੀਆਂ ਸੀ ਜੀ, ਜਿਹੜੀਆਂ ਕਿ ਕਾਰਪੋਰੇਸ਼ਨ ਬੜੀ ਪ੍ਰੋਪਰ ਮੇਨਟੇਨ ਕਰ ਰਹੀ ਸੀ, ਕਾਰਪੋਰੇਸ਼ਨ ਦਾ ਜਿਹੜਾ PWD ਵਿਭਾਗ ਆ, ਹਾਰਟੀਕਲਚਰ ਡਿਪਾਰਟਮੈਂਟ ਜੀ, ਉਹ ਜਦੋਂ ਦਾ ਇਸ ਸਮਾਰਟ ਸਿਟੀ ਪ੍ਰੋਜੈਕਟ 'ਚ ਆਇਆ ਵਾ ਜੀ ਤਹਿਸ ਨਹਿਸ ਹੋ ਗਿਆ ਜੀ। ਅੰਮ੍ਰਿਤਸਰ ਦੀ ਗ੍ਰੀਨਰੀ ਜਿਹੜੀ ਆ ਉਹ ਲਗਭਗ ਖਤਮ ਹੋ ਗਈ ਆ ਜੀ। ਫਿਰ ਇਹਨਾਂ ਦਾ ਕੂੜਾ ਚੁੱਕਣ ਦਾ ਕੋਈ ਪ੍ਰਬੰਧ ਨਹੀਂਗਾ। ਜਿਹੜੇ ਅਵਾਰਾ ਕੁੱਤੇ ਆ, ਅਵਾਰਾ ਡੰਗਰ, ਆਪਾਂ ਬੜੇ ਚਿਰ ਦਾ ਸੁਣ ਰਹੇ ਆ। ਵੇਖੋ ਜੀ ਨਾਰਾਇਣਗੜ੍ਹ ਇੱਕ ਬੜੀ ਵੱਡੀ ਗਊਸ਼ਾਲਾ ਬਣਨੀ ਆ, ਉੱਥੇ ਸਾਰੇ ਜਿਹੜੇ ਅਵਾਰਾ ਡੰਗਰ ਉੱਥੇ ਲੈ ਜਾਣੇ ਆ, ਪਰ ਉਹ ਸਿਰਫ ਕਾਗਜ਼ਾਂ ਤੱਕ ਜਾਂ ਅਖਬਾਰੀ ਬਿਆਨਾਂ ਤੱਕ ਸੀਮਿਤ ਆ। ਉਹਦਾ ਪ੍ਰੈਕਟੀਕਲ ਤੌਰ ਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਉਹ ਜਿਹੜੇ ਡੰਗਰ ਆ, ਇੱਕ ਤੇ ਐਕਸੀਡੈਂਟ ਦਾ ਕਾਰਨ ਬਣਦੇ ਆ, ਨੰਬਰ 2 ਤੇ ਸੜਕਾਂ ਦੇ ਗੰਦ ਪਾਉਂਦੇ ਆ, ਤੇ ਨੰਬਰ 2 ਤੇ ਟ੍ਰੈਫਿਕ ਦੇ ਵਿੱਚ ਉਹ ਏਡੀ ਵੱਡੀ ਰੁਕਾਵਟ ਬਣਦੇ ਆ। ਤੇ ਜਿਹੜੇ ਸਾਡੇ ਬਾਹਰੋਂ ਟੂਰਿਸਟ ਆਉਂਦੇ ਆ ਉਹਨਾਂ ਨੂੰ ਇੰਨੇ ਬੁਰੇ ਲੱਗਦੇ ਆ ਜਿਹੜਾ ਹਿਸਾਬ ਕੋਈ ਨਹੀਂ। ਬਿਲਕੁਲ। ਸਿਰਫ ਗਾਵਾਂ ਹੀ ਨਹੀਂ, ਅਵਾਰਾ ਕੁੱਤੇ, ਅਵਾਰਾ ਸੂਰ ਜੀ, ਹਾਂਜੀ, ਬਿਲਕੁਲ, ਇਹ ਇੱਥੇ ਅੰਮ੍ਰਿਤਸਰ 'ਚ ਇੰਨੇ ਜ਼ਿਆਦੇ ਆ ਵੀ ਕਾਰਪੋਰੇਸ਼ਨ ਦਾ, ਅਧਿਕਾਰੀਆਂ ਦਾ ਇਹਨਾਂ ਕੰਮਾਂ ਵੱਲ ਕੋਈ ਧਿਆਨ ਨਹੀਂ ਹੈਗਾ। ਹੁਣ ਪਿੱਛੇ ਜਿਹੇ ਕਰੋਨਾ ਕਰਕੇ ਪੂਰਨ ਲੋਕਡਾਊਨ ਰਿਹਾ ਜੀ, ਕਰਫਿਊ ਲੱਗਾ ਰਿਹਾ। ਇਸ ਪੀਰੀਅਡ ਦਾ ਇਸ ਕਾਰਪੋਰੇਸ਼ਨ ਨੇ ਕੋਈ ਫਾਇਦਾ ਲਿਆ? ਇਹ ਸਮੇਂ ਦੇ ਵਿੱਚ ਸਾਰੀਆਂ ਸੜਕਾਂ ਨੂੰ ਸ਼ੀਸ਼ੇ ਵਾਂਗ ਚਮਕਾ ਸਕਦੇ ਸੀ ਜੀ, ਜੀ, ਜੀ। ਇੱਥੇ ਸੜਕਾਂ ਦੀ ਕੋਈ ਆਵਾਜਾਈ ਨਹੀਂ ਸੀ। ਕੋਈ ਸਾਹਿਬ ਪੁਰਾਣੀ ਸਬਜ਼ੀ ਮੰਡੀ ਸੀਗੀ, ਉੱਥੇ ਕਿੰਨਾ ਜ਼ਿਆਦਾ ਹੁਣ ਗੰਦ ਪਿਆ ਹੋਇਆ। ਮੈਂ ਨਾ ਸਬਜ਼ੀ ਮੰਡੀ ਕੀ ਅੰਮ੍ਰਿਤਸਰ ਦੀ ਸ਼ਹਿਰ ਦੀ ਕੋਈ ਸੜਕ ਵੇਖ ਲਓ ਜੀ, 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 ਟੋਟਲ ਟੁੱਟੀਆਂ ਵਾ, ਉਹਨਾਂ 'ਚ ਟੋਏ ਪਏ ਆ। ਤੇ ਜਦੋਂ ਮੀਂਹ ਵਰਦਾ ਪਾਣੀ ਭਰ ਜਾਂਦਾ ਵਾ ਤੇ ਜਿਹੜੇ 2 ਵੀਲਰਾਂ ਵਾਲੇ ਸਕੂਟਰ ਮੋਟਰਸਾਈਕਲਾਂ ਵਾਲੇ ਉਹਨਾਂ ਨੂੰ ਦਿਖਦਾ ਨਹੀਂ ਬਟੂਆ ਕਿੱਥੇ ਨੇ, ਘੜਾਪੇ ਵਿੱਚ ਵੱਜਦੇ ਆ, ਅਨੇਕਾਂ ਐਕਸੀਡੈਂਟ ਹੁੰਦੇ ਆ। ਬਿਲਕੁਲ। ਇਸ ਤੋਂ ਇਲਾਵਾ ਉਹ ਜਿਹੜੀ ਫਿਰ ਆ ਜਿਹੜੀ ਆਪਾਂ ਸਮਾਰਟ ਸਿਟੀ ਦੀ ਗੱਲ ਹੀ ਕਰਨ ਡਿਆ ਸਾਂ, ਸਮਾਰਟ ਸਿਟੀ ਦੀ ਇਹ ਯੋਜਨਾ ਵਾ ਕਿ ਹਾਲ ਬਾਜ਼ਾਰ ਦੇ ਵਿੱਚੋਂ ਜਿਹੜੀ ਆ ਉੱਥੇ ਪਾਰਕਿੰਗ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਕੈਰੋ ਮਾਰਕੀਟ ਦੇ ਵਿੱਚ ਜੀ ਇੱਕ ਬੜੀ ਬਹੁ ਮੰਜ਼ਲੀ ਉੱਥੇ ਪਾਰਕਿੰਗ ਬਣਨੀ ਆ ਜੀ। ਫਿਰ ਇਹਨਾਂ ਦੀ ਪਲਾਨ ਹੈਗੀ ਆ ਵੀ ਜਿਹੜੀ ਮੱਛੀ ਮੰਡੀ ਆ ਉੱਥੇ ਪਾਰਕਿੰਗ ਬਣਨੀ ਆ ਜੀ। ਫਿਰ ਇਹਨਾਂ ਦੀ ਪਲਾਨ ਹੈਗੀ ਆ ਵੀ ਜਿਹੜੀ ਪੁਰਾਣੀ ਸਬਜ਼ੀ ਮੰਡੀ ਵਾਲੀ ਥਾਂ ਸੀ ਉੱਥੇ ਪਾਰਕਿੰਗ ਬਣਨੀ ਆ ਜੀ। ਕੀ ਬਣਿਆ ਦੱਸੋ? ਇਹਨਾਂ 5 ਸਾਲਾਂ 'ਚ ਜਿਉਂਦਾ ਤਿਉਂ ਹੀ ਆ, ਨਾ ਕੈਰੋ ਮਾਰਕੀਟ ਵਾਲੀ ਪਾਰਕਿੰਗ ਬਣੀ ਆ, ਨਾ ਮੱਛੀ ਮੰਡੀ ਵਾਲੀ ਪਾਰਕਿੰਗ ਬਣੀ ਆ। ਤੇ ਉਹ ਜਿਹੜਾ ਤੁਸੀਂ ਗੱਲ ਕੀਤੀ ਆ ਹਾਲ ਬਾਜ਼ਾਰ ਦੇ ਬਾਹਰ ਜਿਹੜੀ ਪੁਰਾਣੀ ਸਬਜ਼ੀ ਮੰਡੀ ਵਾਲੀ, ਉਹ ਤਾਂ ਨਰਕ ਦਾ ਸਥਾਨ ਬਣਿਆ ਵਾ। ਉੱਥੇ ਨੰਬਰ 2 ਦਾ ਕੰਮ ਬੜਾ ਹੋਣ ਡਿਆ, ਮਾਰਕੀਟ ਫੀਸ ਚੋਰੀ ਹੋ ਰਹੀ ਆ, ਕਿਉਂਕਿ ਉੱਥੇ ਸਿੱਧੇ ਹੀ ਆਣ ਕੇ ਫਰੂਟ ਜਿਹੜੇ ਆ ਨਾ, ਖਾਸ ਤੌਰ ਤੇ ਪਪੀਤੇ ਵਗੈਰਾ, ਉਹ ਉੱਥੇ ਲੱਥਦੇ ਆ। ਤੇ ਆ ਜਿਹੜੇ ਆਪਣਾ ਜਹਾਰਗੜ੍ਹ ਇੱਥੇ ਕੇਲੇ ਲੱਥਦੇ ਆ ਜੀ।
ਇਹ ਕੇਲੇ ਵੀ ਜਿਹੜੇ ਬਾਹਰੋਂ ਬਾਹਰ ਆਉਂਦੇ ਤੇ ਬਾਹਰੋਂ ਬਾਹਰ ਚਲ ਜਾਂਦੇ ਆ, ਤੇ ਜਿਹੜੀ ਉਹ ਪੁਰਾਣੀ ਸਬਜ਼ੀ ਮੰਡੀ ਆ ਉੱਥੇ ਵੀ ਜਿਹੜੇ ਫਰੂਟ ਆ ਤੇ ਸਬਜ਼ੀਆਂ ਆਉਂਦੀਆਂ ਤੇ ਬਾਹਰੋਂ ਬਾਹਰ ਆਉਂਦੀਆਂ, ਬਾਹਰੋਂ ਬਾਹਰ ਚਲ ਜਾਂਦੀਆਂ, ਤੇ ਮਾਰਕੀਟ ਫੀਸ ਦੀ ਬੜੀ ਚੋਰੀ ਹੋ ਰਹੀ ਆ। ਅਣਖੀ ਸਾਹਿਬ, ਤੁਹਾਡੀ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਹੁਣ ਕੀ ਮੰਗ ਹੈਗੀ ਆ ਅੰਮ੍ਰਿਤਸਰ ਦੀ ਦਰੁਸਤਗੀ ਵਾਸਤੇ ਜਾਂ ਸਾਫ਼ ਸਫਾਈ ਵਾਸਤੇ? ਗਿੱਲ ਸਾਹਿਬ, ਇਹਨਾਂ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਵਾਸਤੇ ਇਹਨੂੰ ਕੰਪਲੀਟ ਪਲਾਨ ਕਰਨ ਵਾਸਤੇ ਜੀ, ਜਾਂ ਇਸ ਨੂੰ ਪੂਰੀ ਤਰ੍ਹਾਂ ਪ੍ਰਮੋਟ ਕਰਨ ਵਾਸਤੇ, ਇਹਦੀ ਤਰੱਕੀ ਵਾਸਤੇ ਇੱਕ ਬੜਾ ਡੈਡੀਕੇਟਡ, ਬੜਾ ਸਮਰਪਿਤ ਜਿਹੜਾ ਸਾਨੂੰ ਅਫਸਰ ਚਾਹੀਦਾ ਵਾ ਜੀ, ਜਿਹੜਾ ਬੜਾ ਸੰਜੀਦਾ ਹੋਵੇ, ਇਮਾਨਦਾਰ ਹੋਵੇ ਜੀ, ਤੇ ਡੈਡੀਕੇਟਡ ਹੋਵੇ ਪੂਰੀ ਤਰ੍ਹਾਂ। ਤੇ ਉਹ ਸਾਨੂੰ ਦਿਖਦਾ ਸਰਦਾਰ ਕਾਹਨ ਸਿੰਘ ਪੰਨੂ ਜੀ। ਸਰਦਾਰ ਕਾਹਨ ਸਿੰਘ ਪੰਨੂ ਅੱਜ ਹੀ ਰਿਟਾਇਰ ਹੋ ਰਹੇ ਆ, ਡਿਪਟੀ ਕਮਿਸ਼ਨਰ ਵੀ ਰਹੇ ਆ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਆ। ਤੇ ਜਦੋਂ ਡਿਪਟੀ ਕਮਿਸ਼ਨਰ ਰਹੇ ਆ, ਉਹਨਾਂ ਦੀਆਂ ਯਾਦਾਂ ਲੋਕਾਂ ਦੇ ਮਨਾਂ 'ਚ ਹਜੇ ਤੱਕ ਹੈਗੀਆਂ। ਜੀ ਜੀ ਜੀ। ਉਹਨਾਂ ਨੇ ਇੱਕ ਭੰਗੂੜਾ ਸਿਸਟਮ ਸ਼ੁਰੂ ਕੀਤਾ ਸੀ ਜੀ 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 ਜੀ, ਜਿਸ ਵਿੱਚ 200 ਦੇ ਕਰੀਬ ਲਾਗੇ ਭਾਗ ਉਹ ਬੱਚੇ ਜਿਨ੍ਹਾਂ ਨੂੰ ਉਹਨਾਂ ਮਾਪਿਆਂ ਨੇ ਦਰਕਾਰਤਾ ਸੀ, ਤਰਕਾਰਤਾ ਸੀ, ਸੁੱਟ ਦਿੱਤਾ ਸੀ, ਉਹ ਬੱਚੇ ਉੱਥੇ ਜਿਹੜੇ 200 ਆਪਣੇ ਨਵਾਂ ਜੀਵਨ ਲੈ ਕੇ ਗਏ ਆ। ਫਿਰ ਕਰਮ ਸਿੰਘ ਦੀ ਵਾਰਡ ਉਹ ਵਿਹਲੀ ਪਈ ਸੀ, ਸ਼ਹਿਰ ਵਿੱਚੋਂ ਮੰਗਤਿਆਂ ਦੀ ਪ੍ਰੋਬਲਮ ਖਤਮ ਕਰਨ ਵਾਸਤੇ ਸਾਰੇ ਮੰਗਤੇ ਉਹਨਾਂ ਨੇ ਕਰਮ ਸਿੰਘ ਦੀ ਵਾਰਡ ਪਹੁੰਚਾਤੇ ਸੀ। ਉੱਥੇ ਉਹਨਾਂ ਦਾ ਖਾਣ ਦਾ, ਰਹਿਣ ਦਾ, ਸਹਿਣ ਦਾ ਸਾਰਾ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਸੀ। ਇਸ ਤੋਂ ਇਲਾਵਾ ਵਿਰਸਾ ਵਿਹਾਰ ਜਿਹੜਾ ਅੱਜ ਚੱਲ ਰਿਹਾ ਵਾ, ਉਹਨਾਂ ਕਰਕੇ ਚੱਲ ਰਿਹਾ ਵਾ। ਉਹਨਾਂ ਨੇ ਹੋਰ ਵੀ ਬੜੀਆਂ ਜਿਹੜੀਆਂ ਨਾ ਸਕੀਮਾਂ ਜਿਹੜੀਆਂ ਸੀ ਉਹ ਬਣਾਈਆਂ ਸੀ, ਜਿਸ ਤਰ੍ਹਾਂ ਫਰਜ਼ ਕੀਤਾ ਆ ਦਰਬਾਰ ਸਾਹਿਬ ਦਾ ਘੰਟਾ ਘਰ ਵਾਲਾ ਪਾਸਾ ਜਿਹੜਾ ਵਾ, ਜੇ ਇਹ ਅਨਕਰੋਚਮੈਂਟ ਤੋਂ ਜਾਂ ਮਾਰਕੀਟ ਬਣ ਤੋਂ ਜੇ ਰਹਿ ਗਿਆ ਨਾ, ਤੇ ਉਹ ਹੋਟਲ ਬਣ ਤੋਂ ਰਹਿ ਗਿਆ ਵਾ, ਸਿਰਫ ਕਾਹਨ ਸਿੰਘ ਪੰਨੂ ਕਰਕੇ ਰਹਿ ਗਿਆ। ਤੇ ਬਹੁਤ ਸੋਹਣੀ ਪਾਰਕ ਬਣਾਈ ਸੀ ਉਹਨਾਂ ਨੇ ਆਪਣੇ ਸਮੇਂ ਤੇ, ਬਣਾਈ ਸੀ। ਹਾਂਜੀ, ਇਸ ਕਰਕੇ ਜੇ ਉਹ ਜਿਹੜੇ ਵੀ ਮਹਿਕਮੇ 'ਚ ਗਏ ਆ, ਜੇ ਪੋਲਿਊਸ਼ਨ ਕੰਟਰੋਲ ਬੋਰਡ 'ਚ ਗਏ ਆ ਉੱਥੇ, ਜੇ ਐਗਰੀਕਲਚਰ 'ਚ ਗਏ ਆ ਉੱਥੇ, ਜੇ ਤੰਦਰੁਸਤ ਮਿਸ਼ਨ 'ਚ ਗਏ ਆ ਉੱਥੇ, ਹਾਂਜੀ, ਉਹਨਾਂ ਨੇ ਹਰ ਥਾਂ ਤੇ ਆਪਣਾ ਨਾਮਣਾ ਖੱਟਿਆ ਵਾ। ਇਸ ਵੇਲੇ ਉਹ ਰਿਟਾਇਰ ਹੋ ਗਿਆ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹੋ ਜਿਹੇ ਸੁਹਿਰਦ ਅਫਸਰ ਨੂੰ, ਇਹੋ ਜਿਹੇ ਇਮਾਨਦਾਰ ਤੇ ਡੈਡੀਕੇਟਡ ਅਫਸਰ ਨੂੰ ਜਿਹੜਾ ਵਾ ਉਹਦੀਆਂ ਸੇਵਾਵਾਂ ਫੇਰ ਲਈਆਂ ਜਾਣ। ਤੇ ਅਸੀਂ ਤੁਹਾਡੇ ਚੈਨਲ ਰਾਹੀਂ ਪੰਜਾਬ ਸਰਕਾਰ ਕੋਲ ਅਸੀਂ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਆ, ਅਖਬਾਰਾਂ 'ਚ ਵੀ ਸਾਰੀ ਗੱਲ ਆਈ ਆ ਕਿ ਅੰਮ੍ਰਿਤਸਰ ਵਿੱਚ ਇੱਕ ਟੂਰਿਜ਼ਮ ਜਿਹੜੀ ਆ ਨਾ ਅਥਾਰਟੀ ਜਿਹੜੀ ਆ ਉਹ ਬਣਾਈ ਜਾਵੇ, ਤੇ ਉਸ ਅਥਾਰਟੀ ਦਾ ਚੇਅਰਮੈਨ ਸਰਦਾਰ ਕਾਹਨ ਸਿੰਘ ਪੰਨੂ ਨੂੰ ਲਾਇਆ ਜਾਵੇ, ਤਾਂ ਕਿ ਅੰਮ੍ਰਿਤਸਰ ਦੇ ਜਿਹੜਾ ਟੂਰਿਜ਼ਮ ਆ ਇਹ ਚੈਨਲਾਈਜ਼ ਹੋ ਸਕੇ, ਪ੍ਰਮੋਟ ਹੋ ਸਕੇ, ਤੇ ਇਹਦੀ ਯੋਜਨਾ ਜਿਹੜੀ ਆ ਉਹ ਘੜੀ ਜਾ ਸਕੇ। ਇਸ ਤੋਂ ਇਲਾਵਾ ਇਹ ਤੁਹਾਨੂੰ ਪਤਾ ਹੋਣਾ ਵਾ ਕਿ ਦਰਬਾਰ ਸਾਹਿਬ ਦੇ ਲਾਗੇ ਹੀ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਇੱਕ ਪੁਰਾਣਾ ਦਫ਼ਤਰ ਹੁੰਦਾ ਸੀ। ਇੱਥੇ ਇਹਨਾਂ ਨੇ ਕਾਫੀ ਖੁੱਲਾ ਡੁੱਲਾ ਵਾ ਥਾਂ, ਉੱਥੇ ਇਹਨਾਂ ਨੇ ਬੜੀ ਵੱਡੀ ਬਿਲਡਿੰਗ ਬਣਾਈ ਆ। ਹੁਣ ਇਹਨਾਂ ਵੇਚਣੀ ਲਾਤੀ ਆ, ਹੁਣ ਉਹ ਭਲਾ ਥਾਂ ਵੇਚਣ ਵਾਲੀ ਹੈਗੀ ਆ। ਇਸ ਕਰਕੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਨੂੰ ਚਾਹੀਦਾ ਵਾ ਵੀ ਉਹ ਜਿਹੜੀ ਥਾਂ ਵਾ ਉੱਥੇ ਇਹ ਟੂਰਿਜ਼ਮ ਪ੍ਰਮੋਸ਼ਨ ਤੇ ਡਿਵੈਲਪਮੈਂਟ ਸੈਂਟਰ ਖੋਲਿਆ ਜਾਵੇ, ਤੇ ਨਾਲ ਹੀ ਇਨਫੋਰਮੇਸ਼ਨ ਸੈਂਟਰ ਖੋਲਿਆ ਜਾਵੇ। ਜਿਹੜੇ ਬਾਹਰੋਂ ਟੂਰਿਸਟ ਆਉਂਦੇ ਆ ਨਾ, ਉਹਨਾਂ ਨੂੰ ਇਹ ਸਾਰੇ ਅੰਮ੍ਰਿਤਸਰ ਵਿੱਚ ਜਿਹੜੇ ਕਿਹੜੇ ਕਿਹੜੇ ਵੇਖਣ ਯੋਗ ਜਗ੍ਹਾ ਹੈਗੀਆਂ ਵਾ, ਕਿਉਂਕਿ ਜੇ ਫਰਜ਼ ਕੀਤਾ ਟੂਰਿਸਟ ਆਉਂਦੇ ਆ, ਉਹ ਦਰਬਾਰ ਸਾਹਿਬ ਮੱਥਾ ਟੇਕਿਆ, ਜਲਿਆਂਵਾਲਾ ਬਾਗ ਉਹਨਾਂ ਵੇਖ ਲਿਆ, ਤੇ ਜਾਂ ਉਹਨਾਂ ਵੇਖ ਲਿਆ ਸ਼ਾਮ ਨੂੰ ਆਪਣਾ ਵਾਹਗਾ ਬਾਰਡਰ, ਤੇ ਫਿਰ ਚੱਲ ਗਏ ਵਾਪਸ, ਉਹਦਾ ਅੰਮ੍ਰਿਤਸਰ ਨੂੰ ਕੋਈ ਫਾਇਦਾ ਨਹੀਂ। ਅੰਮ੍ਰਿਤਸਰ ਨੂੰ ਫਾਇਦਾ ਤਾਂ ਵਾ ਜੇ 2-4 ਦਿਨ ਇੱਥੇ ਜਿਹੜੇ ਟੂਰਿਸਟ ਰਹਿਣ, ਇੱਥੇ ਮਤਲਬ ਵੀ ਸਟੇ ਕਰਨ, ਤੇ ਉਹਦੇ ਵਾਸਤੇ ਇਹ ਪੂਰਾ ਕੰਪਲੀਟ ਇਨਫੋਰਮੇਸ਼ਨ ਜਿਹੜਾ ਸੈਂਟਰ ਉੱਥੇ ਇਹ ਜਿਹੜੀ ਮਤਲਬ ਵੀ ਪੁਰਾਣਾ ਇੰਪਰੂਵਮੈਂਟ ਟਰਸਟ ਦਾ ਦਫ਼ਤਰ ਆ, ਉੱਥੇ ਇਸ ਚੀਜ਼ ਦਾ ਖੋਲ੍ਹਿਆ ਜਾਵੇ। ਉੱਥੇ ਬਕਾਇਦਾ ਲਿਟਰੇਚਰ ਹੋਵੇ, ਉੱਥੇ ਅਫਸਰ ਭਾਏ ਜਾਣ, ਉੱਥੇ ਬਕਾਇਦਾ ਗਾਈਡ ਹੋਣ ਜਿਹੜੇ ਕਿ ਟੂਰਿਸਟਾਂ ਨੂੰ ਗਾਈਡ ਕਰਨ, ਤਾਂ ਕਿ ਇਹ ਜਿਹੜਾ ਸਾਡਾ ਸੈਕਟਰ ਆ, ਸਾਡੀ ਟੂਰਿਜ਼ਮ ਇੰਡਸਟਰੀ ਆ ਅੰਮ੍ਰਿਤਸਰ ਦੀ, ਇਹ ਪ੍ਰਫੁੱਲਤ ਹੋ ਸਕੇ, ਤੇ ਅੰਮ੍ਰਿਤਸਰ ਦਾ ਜਿਹੜਾ ਵਪਾਰ ਆ ਉਹ ਸਰਵਾਈਵ ਹੋ ਸਕੇ। ਜੀ ਬਿਲਕੁਲ ਅਣਖੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਜਿਹੜਾ ਹੈ ਉਹ ਲਗਭਗ ਸਮਾਪਤ ਆ, ਤੇ ਅਸੀਂ ਇੱਥੇ ਹੀ ਜਿਹੜੇ ਆ ਉਹ ਦਰਸ਼ਕਾਂ ਦੇ ਕੋਲੋਂ ਵੀ ਆਗਿਆ ਚਾਹਾਂਗੇ। ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮੇਂ-ਸਮੇਂ ਦੇ ਉੱਤੇ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਆ ਅੰਮ੍ਰਿਤਸਰ ਵਿਕਾਸ ਮੰਚ ਕੰਮ ਕਰਦਾ ਰਹਿੰਦਾ ਹੈ। ਸੋ ਇਹ ਸਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਜਿਹੜੇ ਕਿ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਨੇ। ਸੋ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਤੇ ਉਹਨਾਂ ਨੇ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਦੇਸ਼ ਵਿਦੇਸ਼ ਦੇ ਸਰੋਤਿਆਂ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਅਣਖੀ ਸਾਹਿਬ ਤੁਹਾਡਾ ਕਰਦੇ ਹਾਂ ਧੰਨਵਾਦ, ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।